ਲੋਕ ਇਹ ਵੀ ਕਹਿੰਦੇ ਨੇ ਕਿ ਐਸਜੀਪੀਸੀ ਕਿਉਂ ਅੜਿੱਕਾ ਲਾ ਰਹੀ ਆ, ਕਿਉਂ ਪਰਸ਼ੋਤਮ ਫੱਗੂ ਵਾਲਾ ਅੜਿੱਕਾ ਲਾ ਰਿਹਾ, ਕਿਉਂ ਜਿਵੇਂ ਤੁਸੀਂ ਬੈਠੋ ਵੀ ਕਿਉਂ ਲਾ ਰਿਹਾ। ਇੱਕ ਜਦੋਂ ਵਧੀਆ ਕਾਲਜ ਬਣ ਰਿਹਾ ਉਹ ਕੰਮ ਤਾਂ ਐਸਜੀਪੀਸੀ ਨੂੰ ਕਰਨੇ ਚਾਹੀਦੇ ਨੇ। ਕਾਨੂੰਨ ਇਹ ਕਹਿੰਦਾ ਹੈ ਕਿ ਗੁਰਦੁਆਰੇ ਦੀ ਜ਼ਮੀਨ, ਮੰਦਿਰ ਦੀ ਜ਼ਮੀਨ ਕਦੇ ਵੀ ਟਰਾਂਸਫਰ ਨਹੀਂ ਹੋ ਸਕਦੀ। ਕਾਨੂੰਨ ਇਹ ਕਹਿੰਦਾ ਹੈ। ਜੇ ਹੁਣ ਅਸੀਂ ਕਾਨੂੰਨ ਦੇ ਰਾਖੀ ਕਾਨੂੰਨ ਨੂੰ ਨਹੀਂ ਮੰਨਾਂਗੇ ਫਿਰ ਸਾਡੀ ਮਾੜੀ ਗੱਲ ਹੈ। ਅਸੀਂ ਤਾਂ ਸਹਿਯੋਗ, ਅਸੀਂ ਤਾਂ ਸਾਡਾ ਮੁੱਖ ਮੰਤਰੀ ਸੀ, ਸਾਡੇ ਜ਼ਿਲ੍ਹੇ ਦਾ ਮੁੱਖ ਮੰਤਰੀ, ਸਾਨੂੰ ਬੜਾ ਚਾਅ ਸੀਗਾ ਕਿ ਇੱਥੇ ਮੈਡੀਕਲ ਕਾਲਜ ਬਣੇ। ਪਰ ਮੈਨੂੰ ਤਾਂ ਇਹ ਲੱਗਦਾ ਹੈ ਕਿ ਜਿਵੇਂ ਆਮ ਪਾਰਟੀ ਪਹਿਲਾਂ ਸਰਕਾਰ ਇਹਨਾਂ ਨੇ ਬਣਾਈ ਹੈ ਝੂਠ ਮਾਰ ਕੇ, ਐਲਾਨ ਕਰਕੇ ਤੇ ਬਦਨਾਮ ਕਰਕੇ, ਖਾਸ ਤੌਰ ਤੇ ਸਿੱਖ ਕੌਮ ਨੂੰ ਬਦਨਾਮ ਕਰਕੇ, ਇਹ ਵੀ ਉਸੇ ਤਰ੍ਹਾਂ ਹੀ ਐਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਦਾ ਨਾਲ ਹੀ ਨਾਲ ਚਲਾ ਰਿਹਾ ਹੈ। ਇਹ ਸਰਕਾਰ 350 ਕਰੋੜ ਕਾਲਜ ਤੇ ਲਾ ਸਕਦੀ ਹੈ। ਅਸੀਂ ਟੈਕਸ ਭਰਦੇ ਹਾਂ, ਅਸੀਂ ਸਰਕਾਰ ਨੂੰ ਰੈਵਨਿਊ ਇਕੱਠਾ ਕਰ ਦਿੰਦੇ ਆ। ਇਸ ਕਰਕੇ ਫਿਰ 10-20 ਕਰੋੜ ਸਰਕਾਰ ਜ਼ਮੀਨ ਤੇ ਮੁੱਲ ਨਹੀਂ ਲਾ ਸਕਦੀ। ਕਾਨੂੰਨ ਮੁਤਾਬਕ ਅਸੀਂ ਕਹਿੰਦੇ ਹਾਂ ਕਿ ਜੋ ਵੀ ਇਹਦਾ ਹੱਲ ਹੈ ਉਹ ਕੱਢ ਲੈਣ। ਕਾਨੂੰਨ 'ਚ ਹੀ ਆਪਾਂ ਨੇ ਸਾਰਿਆਂ ਨੇ ਰਹਿਣਾ, ਮੁੱਖ ਮੰਤਰੀ ਨੇ ਵੀ ਰਹਿਣਾ, ਅਸੀਂ ਵੀ ਰਹਿਣਾ। ਇਹ ਤਾਂ ਸਿਰਫ ਬਦਨਾਮ ਕਰਦੇ ਨੇ। ਉਹਦੇ ਨਾਲ ਇੱਕ ਬੋਰਡ ਵੀ ਲਾਇਆ ਹੋਇਆ ਕਿ ਜਿਹੜਾ ਇੰਤਕਾਲ ਆ ਉਹ ਸਰਕਾਰ ਦੇ ਨਾਂ ਹੋ ਚੁੱਕਿਆ, ਪੂਰਾ ਪਰਫਾਰਮਾ ਹੋ ਚੁੱਕਿਆ, ਵੀ ਇੱਥੇ ਕਾਲਜ ਬਣਨ ਨੂੰ ਸਹਿਮਤੀ ਮਿਲ ਗਈ ਜੀ। ਇਹ ਵੀ ਬੋਰਡ ਲੱਗਿਆ ਹੋਇਆ ਉੱਤੇ। ਹੋਰ ਸੰਸਥਾਵਾਂ ਨੇ, ਸਿਆਸੀ ਪਾਰਟੀਆਂ, ਧਾਰਮਿਕ ਸਿਆਸੀ ਪਾਰਟੀਆਂ ਨੇ, ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਸਿੱਖਾਂ ਦੀ ਇਸ ਜ਼ਮੀਨ ਤੇ ਟੇਢੇ ਢੰਗ ਨਾਲ ਮਹੰਤਾਂ ਨਾਲ ਰਲ ਕੇ ਕਬਜ਼ਾ ਕਰਨ ਦੀ ਮਨਸਾ ਹੈ। ਆਹ ਪੁੱਠੇ ਕੰਮ ਤਾਂ ਜਿਹੜੇ ਕਰਦੇ ਨੇ, ਦੇਖੋ ਜੀ, ਉਹ ਕਿਸੇ ਜਾਲੀ ਬੰਦਿਆਂ ਤੋਂ, ਅਣਅਧਿਕਾਰਤ ਬੰਦਿਆਂ ਤੋਂ ਰਜਿਸਟਰੀ ਕਰਾ ਲੈਣੀ ਤੇ ਉਹਦਾ ਇੰਤਕਾਲ ਕਿਹਨੇ ਕਰਨਾ? ਤੁਸੀਂ ਕਿਹਾ ਕਿ ਇੰਤਕਾਲ ਹੋ ਗਿਆ, ਇੰਤਕਾਲ ਵੀ ਸਰਕਾਰ ਨੇ ਕਰਨਾ ਹੈ, ਰਜਿਸਟਰੀ ਵੀ ਸਰਕਾਰ ਨੇ ਕਰਨੀ ਹੈ। ਜੋ ਮਰਜ਼ੀ ਕਰੀ ਜਾਵੇ, ਕਾਸੇ ਦੀ ਕਰਵਾ ਲਓ, ਸਰਕਾਰ ਦੇ ਤਾਂ ਸਭ ਕੁਝ ਹੱਥ 'ਚ ਹੁੰਦਾ ਹੈ। ਸਰਕਾਰ ਤਾਂ ਜੋ ਮਰਜ਼ੀ ਕਰ ਲੇ। ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ। ਮੈਂ ਅਮਨਦੀਪ ਸਿੰਘ ਮਾਝਾ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਲਗਾਤਾਰ ਜੇ ਗੱਲਬਾਤ ਕਰੀਏ, ਆਪਣੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਇੱਕ ਵੱਡਾ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਉਹ ਕਿਹੜਾ ਪ੍ਰੋਜੈਕਟ ਆ? ਉਹ ਸਟੇਟ ਕਾਲਜ ਵਾਸਤੇ ਜ਼ਮੀਨ ਲਈ ਸ਼੍ਰੀ ਮਸਤੂਆਣਾ ਸਾਹਿਬ ਤੋਂ, ਜਾਣੀ ਕਿ ਅੰਗੀਠਾ ਸਾਹਿਬ ਗੁਰਦੁਆਰਾ ਸਾਹਿਬ ਆ, ਉੱਥੋਂ ਜ਼ਮੀਨ ਲਈ। ਉੱਥੋਂ ਜ਼ਮੀਨ ਲੈਣ ਤੋਂ ਬਾਅਦ ਨੀਂਹ ਪੱਥਰ ਰੱਖ ਦਿੱਤਾ। ਪਰ ਨੀਂਹ ਪੱਥਰ ਰੱਖਣ ਤੋਂ ਬਾਅਦ ਸਟੇ ਹੋਈ ਹਾਈ ਕੋਰਟ 'ਚ। ਇਹ ਕਿਹਾ ਜਾਂਦਾ ਸੀ ਕਿ ਐਸਜੀਪੀਸੀ ਵੱਲੋਂ ਅਤੇ ਜਿਹੜੀ ਅਕਾਲ ਕੌਂਸਲ ਬਣੀ ਹੋਈ ਆ ਇੱਥੇ, ਉਹਨਾਂ ਨੇ ਸਟੇ ਲਈ ਆ ਕਿ ਕਾਲਜ ਇੱਥੇ ਨਹੀਂ ਬਣਨਾ ਚਾਹੀਦਾ ਕਿਉਂਕਿ ਇਹ ਦਾਨ ਕਰੀ ਹੋਈ ਜ਼ਮੀਨ ਆ। ਤਸਵੀਰਾਂ ਤੁਹਾਨੂੰ ਡੀਸੀ ਦਫ਼ਤਰ ਸੰਗਰੂਰ ਦੀਆਂ ਦਿਖਾਵਾਂਗੇ, ਜਿੱਥੇ ਕਿ ਭੁੱਖ ਹੜਤਾਲ ਚੱਲ ਰਹੀ ਆ। ਤਸਵੀਰਾਂ ਦਿਖਾਵਾਂਗੇ। ਐਸਜੀਪੀਸੀ ਵੱਲੋਂ ਤੇਜਾ ਸਿੰਘ ਕਮਾਲਪੁਰ ਬੈਠੇ ਨੇ, ਜਗਮੇਲ ਸਿੰਘ ਛਾਜਲਾ ਬੈਠੇ ਨੇ, ਜਿਹੜੇ ਭੁੱਖ ਹੜਤਾਲ ਤੇ ਲਗਾਤਾਰ ਇੱਥੇ ਕਈ ਦਿਨਾਂ ਤੋਂ ਬੈਠੇ ਨੇ। ਗੱਲਬਾਤ ਵੀ ਕਰਾਂਗੇ। ਤਸਵੀਰਾਂ ਤੁਹਾਨੂੰ ਦਿਖਾਉਣਿਆ ਕਿ ਇੱਥੇ ਬੈਨਰ ਲੱਗੇ ਹੋਏ ਨੇ ਕਿ ਗੁਰਦੁਆਰਾ ਮਸਤੂਆਣਾ ਸਾਹਿਬ ਜੀ ਦੀ ਜ਼ਮੀਨ ਦੀ ਗੈਰ ਕਾਨੂੰਨੀ ਪੁਨਹੇਬਾ ਰਜਿਸਟਰੀ ਕਰਵਾਉਣ ਵਾਲੇ ਵਿਅਕਤੀਆਂ ਅਤੇ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਜਾਨੀ ਕਿ ਮਸਲਾ ਪੂਰਾ ਸਟੇਟ ਕਾਲਜ ਆ ਉਲਝਿਆ ਪਿਆ। ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਸਾਬਕਾ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਘਰ ਦੇ ਅੱਗੇ ਲਗਾਤਾਰ ਪਿਛਲੇ 15-20 ਦਿਨਾਂ ਤੋਂ ਧਰਨਾ ਚੱਲ ਰਿਹਾ। ਕਹਿ ਰਹੇ ਨੇ ਕਿ ਕਿਉਂ ਐਸਜੀਪੀਸੀ ਅੜਿੱਕਾ ਬਣਦੀ ਆ, ਕਿਉਂ ਦਿੱਕਤਾਂ ਕਰਦੀ ਆ, ਜਦ ਕਿ ਇੱਕ ਵਧੀਆ ਕਾਲਜ ਬਣ ਰਿਹਾ, ਸਟੇਟ ਕਾਲਜ ਬਣ ਰਿਹਾ, ਜਿੱਥੇ ਬਹੁਤ ਵੱਡੀ ਕਿਤੇ ਨਾ ਕਿਤੇ ਜੇ ਲਾਈਏ ਤਾਂ ਸਟੂਡੈਂਟ ਬਣਨਗੇ, ਇੱਥੇ ਐਮਬੀਬੀਐਸ ਦੀ ਪੜ੍ਹਾਈ ਹੋਣੀ ਆ, ਪੂਰਾ ਫਾਇਦਾ ਮਿਲਣਾ ਪੰਜਾਬੀਆਂ ਨੂੰ, ਜ਼ਿਲ੍ਹਾ ਸੰਗਰੂਰ ਨੂੰ, ਪੂਰੇ ਪੰਜਾਬ ਨੂੰ। ਸੋ ਭੁੱਖ ਹੜਤਾਲ ਤੇ ਅਸੀਂ ਪਹੁੰਚੇ ਹੋਏ ਹਾਂ। ਜਗਮੇਲ ਸਿੰਘ ਛਾਜਲਾ ਤੇ ਤੇਜਾ ਸਿੰਘ ਕਮਾਲਪੁਰ ਮੌਜੂਦ ਨੇ ਸਾਡੇ ਨਾਲ। ਛਾਜਲਾ ਸਾਹਿਬ, ਕਿੰਨੇ ਦਿਨ ਹੋ ਗਏ ਜੀ ਭੁੱਖ ਹੜਤਾਲ ਤੇ? ਅਸੀਂ ਜਥੇਦਾਰ ਪਰਸ਼ੋਤਮ ਸਿੰਘ ਫੱਗੂ ਵਾਲਾ ਭੁੱਖ ਹੜਤਾਲ ਤੇ ਬੈਠੇ ਸੀ। ਅਸੀਂ ਵੈਸੇ ਧਰਨਾ ਦਿੰਦੇ ਹਾਂ ਰੋਜ਼ ਕੰਟੀਨਿਊਸ, ਜਿਹੜਾ ਧਰਨਾ ਦੇ ਰਹੇ ਹਾਂ। ਅੱਜ 5ਵੇਂ ਦਿਨ ਦਾ ਜਿਹੜਾ ਸਾਡਾ ਧਰਨਾ ਸ਼ੁਰੂ ਹੋਇਆ। ਅੱਜ ਮੈਂ ਧੰਨਵਾਦ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜੋ ਮੈਂਬਰ ਸਾਹਿਬ ਜਥੇਦਾਰ ਤੇਜਾ ਸਿੰਘ ਕਮਾਲਪੁਰ, ਇਹਨਾਂ ਦੇ ਘਰੋਂ ਬੀਬੀ ਮਲਕੀਤ ਕੌਰ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਾਲ ਹੀ ਸਾਡੇ ਐਗਜੈਕਟਿਵ ਦੇ ਮੈਂਬਰ ਜਥੇਦਾਰ ਮਲਕੀਤ ਸਿੰਘ ਚੰਗਾਲ, ਇਹਨਾਂ ਨੇ ਜਿਹੜਾ ਪੂਰਨ ਤੌਰ ਤੇ ਇਸ ਧਰਨੇ ਨੂੰ ਹਮਾਇਤ ਦਿੱਤੀ ਹੈ। ਠੀਕ ਹੈ, ਬਿਲਕੁਲ। ਕਾਫੀ ਅੜਿਆ ਪਿਆ ਕੰਮ। ਅਗਸਤ 'ਚ ਨੀਂਹ ਪੱਥਰ ਰੱਖਿਆ ਗਿਆ ਜੀ। ਕੀ ਮਸਲਾ ਕੀ ਅੜ ਗਿਆ? ਲੋਕ ਇਹ ਵੀ ਕਹਿੰਦੇ ਨੇ ਕਿ ਐਸਜੀਪੀਸੀ ਕਿਉਂ ਅੜਿੱਕਾ ਲਾ ਰਹੀ ਆ, ਕਿਉਂ ਪਰਸ਼ੋਤਮ ਫੱਗੂ ਵਾਲਾ ਅੜਿੱਕਾ ਲਾ ਰਿਹਾ, ਕਿਉਂ ਜਿਵੇਂ ਤੁਸੀਂ ਬੈਠੋ ਵੀ ਕਿਉਂ ਲਾ ਰਿਹਾ। ਇੱਕ ਜਦੋਂ ਵਧੀਆ ਕਾਲਜ ਬਣ ਰਿਹਾ ਉਹ ਕੰਮ ਤਾਂ ਐਸਜੀਪੀਸੀ ਨੂੰ ਕਰਨੇ ਚਾਹੀਦੇ ਨੇ। ਹਜੇ ਐਸਜੀਪੀਸੀ ਉਹਦੇ ਵਿੱਚ ਅੜਿੱਕਾ ਲਾ ਰਹੀ ਆ। ਕੀ ਮਸਲਾ ਕੀ ਆ ਇਹ? ਇਹਦੇ ਵਿੱਚ ਕੋਈ ਅੜਿੱਕਾ ਨਹੀਂ ਲਾ ਰਿਹਾ। ਤੁਸੀਂ ਵੀ ਸੰਵਿਧਾਨ ਨੂੰ ਮੰਨਦੇ ਹੋ, ਕਾਨੂੰਨ ਨੂੰ ਮੰਨਦੇ ਹੋ, ਅਸੀਂ ਵੀ ਮੰਨਦੇ ਹਾਂ। ਕਾਨੂੰਨ ਇਹ ਕਹਿੰਦਾ ਹੈ ਕਿ ਗੁਰਦੁਆਰੇ ਦੀ ਜ਼ਮੀਨ, ਮੰਦਿਰ ਦੀ ਜ਼ਮੀਨ ਕਦੇ ਵੀ ਟਰਾਂਸਫਰ ਨਹੀਂ ਹੋ ਸਕਦੀ। ਕਾਨੂੰਨ ਇਹ ਕਹਿੰਦਾ ਹੈ। ਜੇ ਹੁਣ ਅਸੀਂ ਕਾਨੂੰਨ ਦੇ ਰਾਖੀ ਕਾਨੂੰਨ ਨੂੰ ਨਹੀਂ ਮੰਨਾਂਗੇ ਫਿਰ ਸਾਡੀ ਮਾੜੀ ਗੱਲ ਹੈ। ਇਸ ਕਰਕੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਜਾਂ ਅੰਗੀਠਾ ਸਾਹਿਬ ਦੀ ਜ਼ਮੀਨ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਜ਼ਮੀਨ ਹੈ ਜਾਂ ਕਿਸੇ ਗੁਰੂ ਸਾਹਿਬਾਨ ਦੇ ਨਾਂ ਜ਼ਮੀਨ ਹੈ, ਉਹ ਕਦੇ ਵੀ ਕਿਸੇ ਵਿਅਕਤੀ, ਵਿਸ਼ੇਸ਼ ਵਿਅਕਤੀ ਉਹਦੀ ਰਜਿਸਟਰੀ ਨਹੀਂ ਕਰਾ ਸਕਦਾ ਤੇ ਨਾ ਹੀ ਉਹ ਕਿਸੇ ਦੇ ਨਾਂ ਟਰਾਂਸਫਰ ਕਰਾ ਸਕਦਾ, ਚਾਹੇ ਸਰਕਾਰ ਹੈ ਚਾਹੇ ਕੋਈ ਵਿਸ਼ੇਸ਼ ਵਿਅਕਤੀ ਹੈ। ਇਹ ਜ਼ਮੀਨ ਟਰਾਂਸਫਰ ਹੋ ਹੀ ਨਹੀਂ ਸਕਦੀ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਂ ਡਿੱਕੇ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਕਿਸੇ ਦਾ ਕੋਈ ਡਿੱਕਾ ਨਹੀਂ ਲਾਇਆ ਹੋਇਆ।
ਸਰਕਾਰ ਦੀ ਮਨਸ਼ਾ ਹੀ ਨਹੀਂ। ਜੇ ਸਰਕਾਰ 350 ਕਰੋੜ ਕਾਲਜ ਤੇ ਲਾ ਸਕਦੀ ਹੈ, ਅਸੀਂ ਟੈਕਸ ਭਰਦੇ ਆ, ਅਸੀਂ ਸਰਕਾਰ ਨੂੰ ਰੈਵਨਿਊ ਇਕੱਠਾ ਕਰ ਦਿੰਨੇ ਆ, ਇਸ ਕਰਕੇ ਫਿਰ 10-20 ਕਰੋੜ ਸਰਕਾਰ ਜ਼ਮੀਨ ਤੇ ਮੁੱਲ ਨਹੀਂ ਲਾ ਸਕਦੀ। ਕੋਈ ਸਰਕਾਰ ਦੀ ਮਨਸ਼ਾ ਨਹੀਂ ਕਾਲਜ ਬਣਾਉਣਾ, ਸਿਰਫ ਰਾਜਨੀਤੀ ਕਰ ਰਹੀ ਹੈ। ਤੇ ਸਿੱਖ ਸਾਡੀ ਜਿਹੜੀ ਸਿੱਖਾਂ ਦੀ ਸਰਮੌਰ ਜਥੇਬੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਾਂ ਸਾਡੀਆਂ ਧਾਰਮਿਕ ਹੋਰ ਸੰਸਥਾਵਾਂ ਨੇ, ਸਿਆਸੀ ਪਾਰਟੀਆਂ, ਧਾਰਮਿਕ ਸਿਆਸੀ ਪਾਰਟੀਆਂ ਨੇ, ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਸਿੱਖਾਂ ਦੀ ਇਸ ਜ਼ਮੀਨ ਤੇ ਟੇਢੇ ਢੰਗ ਨਾਲ ਮਹੰਤਾਂ ਨਾਲ ਰਲ ਕੇ ਕਬਜ਼ਾ ਕਰਨ ਦੀ ਮਨਸਾ ਹੈ। ਬਿਲਕੁਲ। ਕਮਾਲਪੁਰ ਸਾਹਿਬ ਕਿਵੇਂ ਦੇਖਦੇ ਹੋ ਹੁਣ ਐਸਜੀਪੀਸੀ ਤੇ ਵੀ ਇਲਜ਼ਾਮ ਲੱਗ ਰਹੇ ਨੇ ਕਿ ਅੜਿੱਕਾ ਲਾ ਰਹੀ ਆ, ਵੱਡੀ ਗੱਲ ਇਹ ਸਾਹਮਣੇ ਆ ਰਹੀ ਆ ਵੀ ਕਿਉਂ ਐਸਜੀਪੀਸੀ ਨੂੰ ਤਾਂ ਆਪ ਵੱਡੇ ਕਾਲਜ ਬਣਾਉਣੇ ਚਾਹੀਦੇ ਨੇ, ਆਪ ਵੱਡੇ ਸਕੂਲ ਬਣਾਉਣੇ ਚਾਹੀਦੇ ਨੇ, ਆਪ ਜਾਨੀ ਕਿ ਵੱਡੇ ਪ੍ਰੋਜੈਕਟ ਲਾਉਣੇ ਚਾਹੀਦੇ, ਵੀ ਇੱਕ ਐਸਜੀਪੀਸੀ ਸਰਕਾਰ ਦੇ ਕੰਮ 'ਚ ਅੜਿੱਕਾ ਲਾ ਰਹੀ ਆ। ਉਹ ਜਿਹੜਾ ਹਾਈ ਕੋਰਟ 'ਚੋਂ ਸਟੇ ਹੋਈ ਆ ਜਾਂ ਉਹ ਕਿਵੇਂ, ਕੀ ਮਾਮਲਾ ਸਾਰਾ ਇਹ ਦੇਖੋ ਜੀ, ਇਹ ਪਹਿਲੀ ਡਿਸਪਿਊਟਡ ਲੈਂਡ ਹੈ, ਹਾਈ ਕੋਰਟ 'ਚ ਅੱਜ ਦਾ ਨਹੀਂ, ਕੋਈ 40 ਸਾਲ ਤੋਂ ਕੇਸ ਚੱਲ ਰਿਹਾ ਹੈ। ਉਹ ਅਜੇ ਵੀ ਉੱਤੇ ਇਹਦੇ ਉੱਤੇ ਸਟੇ ਦੀ ਜ਼ਮੀਨ ਤੇ ਉਹ ਕੇਸ ਚੱਲ ਰਿਹਾ। ਸ਼੍ਰੋਮਣੀ ਕਮੇਟੀ 'ਚ 40 ਸਾਲ ਤੋਂ ਜਿੰਨੇ ਫੈਸਲੇ ਆਏ ਸ਼੍ਰੋਮਣੀ ਕਮੇਟੀ ਦੇ ਹੱਕ 'ਚ ਆਏ, ਕਿਉਂਕਿ ਨੋਟੀਫਾਈਡ ਇਹ ਗੁਰਦੁਆਰਾ ਸੀਗਾ 64 ਦੇ ਵਿੱਚ ਨੋਟੀਫਾਈ ਕਰਤਾ ਸੀ, ਉਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੇਠਾਂ ਪ੍ਰਬੰਧ ਆ ਜਾਂਦੇ ਨੇ ਤੇ ਉਹ ਮੀਨ ਟਾਈਮ ਚੱਲੀ ਰਿਹਾ ਸੀ। ਇਹ ਜਿਹੜਾ ਪੱਥਰ ਰੱਖਿਆ ਗਿਆ ਜਾਂ ਐਲਾਨ ਕੀਤਾ ਗਿਆ ਉਹ ਤਾਂ ਵੈਸੇ ਹੀ ਕਰ ਦਿੱਤਾ, ਉਹ ਤਾਂ ਆਟੋਮੈਟਿਕਲੀ ਕੇਸ ਉਹਦੇ ਵਿੱਚ ਚੱਲ ਰਿਹਾ ਸੀ ਤੇ ਉਹ ਕੇਸ ਦੇ ਦੌਰਾਨ ਉਹਨਾਂ ਨੂੰ ਉੱਥੇ ਵਕੀਲਾਂ ਨੂੰ ਪਤਾ ਲੱਗ ਗਿਆ, ਜੱਜ ਦੀ ਨੌਲੇਜ 'ਚ ਆ ਗਿਆ ਕਿ ਉੱਥੇ ਪੱਥਰ ਰੱਖਤਾ, ਜੱਜ ਨੇ ਉਸ ਨੂੰ ਵੀ ਸਟੇ ਕਰਤਾ। ਇਹ 'ਚ ਅਸੀਂ ਤਾਂ ਕੁਝ ਨਹੀਂ ਕੀਤਾ, ਅਸੀਂ ਤਾਂ ਸਹਿਯੋਗ, ਅਸੀਂ ਤਾਂ ਸਾਡਾ ਮੁੱਖ ਮੰਤਰੀ ਸੀ, ਸਾਡੇ ਜ਼ਿਲ੍ਹੇ ਦਾ ਮੁੱਖ ਮੰਤਰੀ, ਸਾਨੂੰ ਬੜਾ ਚਾਅ ਸੀਗਾ ਕਿ ਇੱਥੇ ਮੈਡੀਕਲ ਕਾਲਜ ਬਣੇ। ਪਰ ਮੈਨੂੰ ਤਾਂ ਇਹ ਲੱਗਦਾ ਕਿ ਜਿਵੇਂ ਆਮ ਪਾਰਟੀ ਪਹਿਲਾਂ ਸਰਕਾਰ ਇਹਨਾਂ ਨੇ ਬਣਾਈ ਹੈ ਝੂਠ ਮਾਰ ਕੇ, ਐਲਾਨ ਕਰਕੇ ਤੇ ਬਦਨਾਮ ਕਰਕੇ, ਖਾਸ ਤੌਰ ਤੇ ਸਿੱਖ ਕੌਮ ਨੂੰ ਬਦਨਾਮ ਕਰਕੇ, ਇਹ ਵੀ ਉਸੇ ਤਰ੍ਹਾਂ ਹੀ ਐਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਦਾ ਨਾਲ ਹੀ ਨਾਲ ਚਲਾ ਰਿਹਾ ਹੈ ਨੇ। ਜੇ ਕੋਈ ਕਾਲਜ ਬਣਾਉਣਾ ਹੋਵੇ ਬੜਾ ਵਧੀਆ, ਜਿਵੇਂ ਸ਼ਾਹਜਲਾ ਸਾਹਿਬ ਨੇ ਦੱਸਿਆ ਕਿ ਧਾਰਮਿਕ ਜਗ੍ਹਾ ਨੂੰ ਤਾਂ ਟਰਾਂਸਫਰ ਕਰ ਹੀ ਨਹੀਂ ਸਕਦੇ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਨਹੀਂ ਅੰਗਰੇਜ਼ ਹਕੂਮਤ ਬਾਅਦ ਕੋਈ ਟਰਾਂਸਫਰ ਹੋਈ ਇਸ ਤਰ੍ਹਾਂ। ਤੇ ਪਾਕਿਸਤਾਨ ਦੇ ਵਿੱਚ ਵੀ ਇੱਕ ਮੁੱਦਾ ਸੀ, ਤੁਹਾਨੂੰ ਸ਼ਾਇਦ ਪਤਾ ਹੋਵੇ, ਨਨਕਾਣਾ ਸਾਹਿਬ ਬਹੁਤ 500 ਸਾਲਾਂ ਤੋਂ ਗੁਰੂ ਨਾਨਕ ਸਾਹਿਬ ਦੀ ਜ਼ਮੀਨ ਤੇ ਨਜਾਇਜ਼ ਕਬਜ਼ੇ ਲੋਕਾਂ ਨੇ ਕੀਤੇ ਸੀ। ਉਹਨਾਂ ਨੇ ਵੀ ਸਰਕਾਰ ਕੋਲ ਮੁੱਦਾ ਉਠਾਇਆ ਸੀ ਤੇ ਸੁਪਰੀਮ ਕੋਰਟ ਤੱਕ ਉਹਨਾਂ ਨੇ ਲੜਾਈ ਲੜੀ, ਉਹਨਾਂ ਦੇ ਖਿਲਾਫ ਫੈਸਲਾ ਹੋਇਆ। ਗਵਾਂਢੀ ਮੁਲਕ ਦੇ ਵਿੱਚ ਵੀ ਬਿਲਕੁਲ। ਵੈਸੇ ਜੇ 25 ਕਿੱਲਿਆਂ ਦੀ ਗੱਲ ਕਰੀਏ, 25 ਕਿੱਲੇ ਦਾ ਮਾਮਲਾ ਇਹ ਜੀ, ਤੇ ਇਹ 25 ਕਿੱਲੇ ਕਿਹਦੇ ਨਾਂ ਸਨ? ਹੁਣ ਐਸਜੀਪੀਸੀ ਦੇ ਨਾਮ ਤੇ ਨੇ? ਨਹੀਂ ਜੀ, ਇਹ ਗੁਰਦੁਆਰਾ ਜਿਹੜੇ ਹੁੰਦੇ ਨੇ ਐਸਜੀਪੀਸੀ ਦੇ ਕੋਈ ਵੀ ਨਹੀਂ ਹੁੰਦਾ ਨਾ ਜਿਵੇਂ ਸੰਗਰੂਰ ਗੁਰਦੁਆਰਾ, ਇਹ ਗੁਰਦੁਆਰਿਆਂ ਦੇ ਨਾਂ ਹੁੰਦੇ ਨੇ। ਦੋ ਤਰ੍ਹਾਂ ਦੇ ਹੁੰਦੇ ਨੇ ਗੁਰਦੁਆਰੇ, ਇੱਕ ਨੋਟੀਫਾਈਡ ਹੁੰਦੇ ਨੇ, ਜਿਨ੍ਹਾਂ ਤੇ ਨੋਟੀਫਾਈਡ ਹੁੰਦਾ ਉਹ ਤੇ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਹੋ ਜਾਂਦਾ ਹੈ। ਜਿਹੜੇ ਨੋਟੀਫਾਈਡ ਨਹੀਂ ਹੁੰਦੇ ਉਹ ਤੇ ਲੋਕਲ ਪ੍ਰਬੰਧਕ ਕਮੇਟੀ ਦਾ ਹੁੰਦਾ ਹੈ। ਇੱਥੇ ਜਿਹੜੀ ਰਜਿਸਟਰੀ ਕਰਾਈ ਹੈ ਨਾ ਤਾਂ ਲੋਕਲ ਪ੍ਰਬੰਧਕ ਕਮੇਟੀ ਹੈ ਨਾ ਸ਼੍ਰੋਮਣੀ ਕਮੇਟੀ ਹੈ, ਉਹ ਤਾਂ ਉੱਥੇ ਮੁਲਾਜ਼ਮ ਸੀਗੇ, ਉਹਨਾਂ ਨੇ ਇੱਕ ਮਹੰਤ ਬਣ ਗਿਆ ਤੇ ਆਪ ਹੀ ਰਜਿਸਟਰੀ ਕਰਾਤੀ। ਅਸੀਂ ਤਾਂ ਰਜਿਸਟਰੀ ਦੇਖੋ ਹੈਰਾਨ ਹੋ ਗਿਆ, ਅੱਜ ਤੱਕ ਇੱਕ ਪਰਫਾਰਮਾ ਬਣਿਆ ਹੈ, ਤੁਸੀਂ ਮੈਨੂੰ ਜ਼ਮੀਨ ਵੇਚੋ ਮੈਂ ਤੁਹਾਨੂੰ ਵੇਚਾਂ, ਉਹਦੇ ਵਿੱਚ ਹਰ ਤਹਿਸੀਲਦਾਰ ਇਹ ਲਿਖਵਾਉਂਦਾ ਵਿੱਚ ਕਿ ਇਹ ਜ਼ਮੀਨ ਕਿਸੇ ਸੰਸਥਾ ਨਾਲ ਸੰਬੰਧ ਨਹੀਂ ਰੱਖਦੀ। ਤੇ ਸਾਨੂੰ ਡਿਪਟੀ ਕਮਿਸ਼ਨਰ ਸਾਹਿਬ ਇਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇਹ ਸ਼੍ਰੋਮਣੀ ਕਮੇਟੀ ਦੇ ਨਾਂ ਹੈ, ਤੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਧਾਰਮਿਕ ਰਜਿਸਟਰੀ ਜ਼ਮੀਨ ਦੀ ਹੋ ਨਹੀਂ ਸਕਦੀ, ਜਦੋਂ ਕਿ ਪਰਫਾਰਮੇ ਦੇ ਵਿੱਚ ਇਹ ਲਿਖਾ ਕੇ ਸਾਤੋਂ ਤੁਸੀਂ ਆਪਦੀ ਜ਼ਮੀਨ ਵੇਚੋ ਫਿਰ ਵੀ ਸਾਤੋਂ ਲਿਖਾਉਂਦੇ ਨੇ ਧਾਰਮਿਕ ਜ਼ਮੀਨ ਦੀ ਰਜਿਸਟਰੀ ਹੋ ਨਹੀਂ ਸਕਦੀ। ਦੇਖੋ ਆਪਾਂ ਕਾਨੂੰਨ 'ਚ ਚੱਲਦੇ ਹਾਂ, ਕਾਨੂੰਨ ਮੁਤਾਬਕ ਅਸੀਂ ਕਹਿੰਦੇ ਹਾਂ ਕਿ ਜੋ ਵੀ ਇਹਦਾ ਹੱਲ ਹੈ ਉਹ ਕੱਢ ਲੈਣ, ਕਾਨੂੰਨ 'ਚ ਹੀ ਆਪਾਂ ਨੇ ਸਾਰਿਆਂ ਨੇ ਰਹਿਣਾ, ਮੁੱਖ ਮੰਤਰੀ ਨੇ ਵੀ ਰਹਿਣਾ, ਅਸੀਂ ਵੀ ਰਹਿਣਾ। ਇਹ ਤਾਂ ਸਿਰਫ ਬਦਨਾਮ ਕਰਦੇ ਨੇ। ਅਸੀਂ ਤਾਂ ਹੋਰ ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮਤਾ ਪਾਇਆ 22/11/2022 ਨੂੰ। ਅਸੀਂ ਉੱਥੇ ਕਿਹਾ ਕਿ ਅਸੀਂ ਚਾਹੁੰਦੇ ਨੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ। ਸ਼੍ਰੋਮਣੀ ਕਮੇਟੀ ਨੇ ਵੈਲਕਮ ਕੀਤਾ ਕਿ ਆਪਾਂ ਇਹਦਾ ਸਹਿਯੋਗ ਦੇਣਾ ਹੈ। ਅਸੀਂ ਡੀਸੀ ਸੰਗਰੂਰ ਨੂੰ ਉਹ ਲਿਆ ਕੇ ਮਤਾ ਪਾਸ ਕਰਕੇ ਦਿੱਤਾ ਕਿ ਜੇ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਹਿਯੋਗ ਲੈਣਾ ਤਾਂ ਸਾਨੂੰ ਦੱਸਿਆ ਜਾਵੇ ਲਿਖਤੀ ਤੌਰ ਤੇ ਕੀ ਸਹਿਯੋਗ ਲੈਣਾ। ਸਾਨੂੰ ਅੱਜ ਤੱਕ ਵੀ 22 ਤਰੀਕ ਤੋਂ ਲੈ ਕੇ ਅੱਜ ਤੱਕ ਕਿਸੇ ਡਿਪਟੀ ਕਮਿਸ਼ਨਰ ਨੇ, ਕਿਸੇ ਸਾਡੇ ਪ੍ਰਧਾਨ ਨਾਲ ਮੁੱਖ ਮੰਤਰੀ ਸਾਹਿਬ ਨੇ ਕੋਈ ਗੱਲ ਨਹੀਂ ਕੀਤੀ, ਕੋਈ ਰਾਬਤਾ ਨਹੀਂ ਕੀਤਾ। ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੋਰ ਜਥੇਬੰਦੀ ਹੈ। ਇੱਕ ਸਿੱਖ ਸਟੇਟ ਦੀ ਪਾਰਲੀਮੈਂਟ ਹੈ, ਉਹਦੇ ਪ੍ਰਧਾਨ ਨੇ ਸਰਦਾਰ ਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ, ਤੇ ਉਹਨਾਂ ਦੇ ਲਿਖਣ ਦੇ ਬਾਵਜੂਦ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਤਾਂ ਕਹਿੰਦਾ ਨਰਾਦਰੀ ਕਰ ਰਹੇ ਨੇ ਸਾਡੇ ਪ੍ਰਧਾਨ। ਵੈਸੇ ਐਸਜੀਪੀਸੀ ਪ੍ਰਧਾਨ ਧਾਮੀ ਸਾਹਿਬ ਦੀ ਗੱਲ ਆਉਂਦੀ ਆ, ਕਹਿ ਰਹੇ ਨੇ ਬਾਬਾ ਜੀ ਕਿ ਬਹੁਤ ਵਾਰੀ ਮੁਲਾਕਾਤ ਕੀਤੀ, ਅਸੀਂ ਗੱਲਬਾਤ ਵੀ ਕੀਤੀ ਆ ਵੀ, ਪਰ ਸਾਡੇ ਤੋਂ ਪਾਸਾ ਵੱਟਦੇ ਨਜ਼ਰ ਆਏ ਨੇ, ਸਾਡੇ ਨਾਲ ਗੱਲਬਾਤ ਨਹੀਂ ਕੀਤੀ ਬੈਠ ਕੇ। ਬਾਬਾ ਜੀ ਨਾਲ ਤਾਂ ਇਹਦਾ ਕੋਈ ਮਸਲਾ ਨਹੀਂ, ਉਹ ਕੋੜੇ ਬਾਬਾ ਉਹੀ ਤਾਂ ਰੌਲਾ ਜਿਹੜਾ ਇਹਨਾਂ ਨੇ ਦੱਸਿਆ। ਉਹ ਤਾਂ ਲੋਕ ਕਬਜ਼ਾ ਕਰਨ, ਜਦੋਂ ਸੰਤ ਅਤਰ ਸਿੰਘ ਮਹਾਰਾਜ ਜਿਉਂਦੇ ਸੀ ਉਦੋਂ ਵੀ ਇਹਨਾਂ ਲੋਕਾਂ ਨੇ, ਬਹੁਤ ਲੋਕਾਂ ਨੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੰਤ ਅਤਰ ਸਿੰਘ ਮਹਾਰਾਜ ਦੇ ਜਿਹੜੇ ਸੇਵਕ ਸੀਗੇ ਸੰਤ ਤੇਜਾ ਸਿੰਘ ਜੀ, ਉਹਨਾਂ ਨੇ ਸੰਤਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪ ਲਿਖ ਕੇ ਮਤਾ ਪਾਇਆ ਸੀ ਕਿ ਸ਼੍ਰੋਮਣੀ ਕਮੇਟੀ ਇਹਦੇ ਨੋਟੀਫਾਈਡ ਹੋਣਾ ਚਾਹੀਦਾ ਹੈ, ਸ਼੍ਰੋਮਣੀ ਕਮੇਟੀ ਨੂੰ ਮਿਲਣਾ ਚਾਹੀਦਾ ਇਹ ਅਦਾਰਾ। ਤੇ ਫਿਰ ਪੰਜਾਬ ਸਰਕਾਰ ਨੇ, ਉਦੋਂ ਪੰਜਾਬ ਸਰਕਾਰ ਕਰਦੀ ਸੀ, ਸਾਡੀ ਸਟੇਟਾਂ ਦੀ ਚਾਰਾਂ ਇਕੱਠੀਆਂ ਤੀਆਂ, ਹੁਣ ਸੈਂਟਰ ਕਰਦੀ ਹੈ। ਉਦੋਂ ਪੰਜਾਬ ਸਰਕਾਰ ਨੇ ਨੋਟੀਫਾਈਡ ਕਰਕੇ, ਉਦੋਂ ਵੀ ਇਹਨਾਂ ਲੋਕਾਂ ਨੇ ਕੇਸ ਅੱਜ ਤੱਕ ਲੜੀ ਜਾਂਦੇ ਨੇ, ਵਿਰੁੱਧ ਲੜਦੇ ਨੇ। ਇਹ ਕਹਿੰਦੇ ਨੇ ਜੀ ਇਹਨਾਂ ਨੇ ਅਪੀਲ ਕੀਤੀ, ਪਹਿਲਾਂ ਸਿੱਖ ਗੁਰਦੁਆਰਾ ਟ੍ਰਿਬਿਊਨਲ 'ਚ ਕੇਸ ਗਿਆ, ਉੱਥੇ ਹਾਰੇ, ਸ਼੍ਰੋਮਣੀ ਕਮੇਟੀ 'ਚ ਹੱਕ 'ਚ ਹੋ ਗਿਆ, ਤੇ ਫਿਰ ਇਹ ਹਾਈ ਕੋਰਟ ਕੇਸ ਗਿਆ,
ਹਾਈ ਕੋਰਟ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਹੱਕ 'ਚ ਹੋ ਗਿਆ। ਇਹਨਾਂ ਦਾ ਕਦੇ ਹੱਕ 'ਚ ਹੀ ਨਹੀਂ ਹੋਇਆ। ਉਹ ਤਾਂ ਲੋਕ ਅੱਜ ਉਸ ਤੋਂ ਬਾਅਦ ਫਿਰ ਕੋਰਟਾਂ 'ਚ ਜਾਈ ਜਾਂਦੇ ਨੇ। 30 ਸਾਲ ਤੋਂ ਸ਼੍ਰੋਮਣੀ ਕਮੇਟੀ ਦੇ ਹੱਕ 'ਚ ਹੋਈ ਜਾਂਦਾ, ਤਾਂ ਕਲੀਅਰ ਕੱਟ ਕੇਸ ਹੈ। ਬਿਲਕੁਲ, ਪਰ ਉੱਥੇ ਜਿਹੜਾ ਕਮਾਲਪੁਰ ਸਾਹਿਬ ਨੀਂਹ ਪੱਥਰ ਰੱਖਿਆ ਹੋਇਆ, ਨੀਂਹ ਪੱਥਰ ਰੱਖਿਆ, ਉਹਦੇ ਨਾਲ ਇੱਕ ਬੋਰਡ ਵੀ ਲਾਇਆ ਹੋਇਆ ਕਿ ਜਿਹੜਾ ਇੰਤਕਾਲ ਆ ਉਹ ਸਰਕਾਰ ਦੇ ਨਾਂ ਹੋ ਚੁੱਕਿਆ, ਪੂਰਾ ਪਰਫਾਰਮਾ ਹੋ ਚੁੱਕਿਆ, ਵੀ ਇੱਥੇ ਕਾਲਜ ਬਣਨ ਨੂੰ ਸਹਿਮਤੀ ਮਿਲ ਗਈ ਜੀ। ਇਹ ਵੀ ਬੋਰਡ ਲੱਗਿਆ ਹੋਇਆ ਉੱਥੇ। ਦੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਫਰਾਡ ਰਜਿਸਟਰੀਆਂ ਵੀ ਕਰਾ ਲੈਂਦੇ ਨੇ, ਰਜਿਸਟਰੀ ਇੰਤਕਾਲ ਵੀ ਹੋ ਜਾਂਦੇ ਨੇ। ਇਹ ਤਾਂ ਫਿਰ ਕੋਰਟ ਦੱਸਦਾ ਨਾ, ਜਦੋਂ ਕੋਰਟ 'ਚ ਕੇਸ ਜਾਂਦਾ ਹੈ ਉਹ ਤਾਂ ਕੋਰਟ ਦੱਸਦਾ ਹੈ ਕਿ ਕੋਰਟ ਦੇ ਵਿੱਚ ਵੀ ਇਹ ਕੀ ਠੀਕ ਕਰਾਈ ਹੈ ਜਾਂ ਗਲਤ ਪਾਈ। ਜੇ ਉਹ ਠੀਕ ਕਰਵਾਈ ਹੈ ਤਾਂ ਮੋਸਟ ਵੈਲਕਮ। ਅਸੀਂ ਤਾਂ ਕਹਿੰਦੇ ਕਿ ਕਰਾ ਲੈਣ। ਜੇ ਕਾਨੂੰਨੀ ਅੜਚਣਾ ਕੋਈ ਸਾਨੂੰ ਦੱਸਣ ਤੇ ਉਹ ਤਾਂ ਕਾਲਜ ਕੀ 25 ਕਿੱਲੇ ਹੋਰ ਲੈ ਲੈਣ। ਅਸੀਂ ਤਾਂ ਚਾਹੁੰਦੇ ਹਾਂ ਕਿ ਕਾਲਜ ਬਣਾ ਦੇਣ। ਜੇ ਉਹਨਾਂ ਦੀ ਰਜਿਸਟਰੀ ਸਹੀ ਹੈ ਤਾਂ ਕਰਵਾ ਲੈਣ। ਕੋਰਟ 'ਚ ਤਾਂ ਕੇਸ ਪਹਿਲਾਂ ਦੇ, ਅਸੀਂ ਕੋਈ ਨਵਾਂ ਕੇਸ ਨਹੀਂ ਕੋਰਟ 'ਚ ਕੀਤਾ। ਜਿਹੜਾ ਉਹ ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਅੜਿੱਕਾ ਬਣ ਰਹੀ ਹੈ, ਕੋਈ ਨਵਾਂ ਕੇਸ ਨਹੀਂ ਕੀਤਾ। ਯਾਨੀ ਕਿ ਕਾਲਜ ਦੇ ਨੀਂਹ ਪੱਥਰ ਤੋਂ ਬਾਅਦ ਕੋਈ ਇਹ ਸਿਸਟਮ ਨਹੀਂ, ਤਾਂ ਪਹਿਲਾਂ ਚੱਲ ਰਿਹਾ। ਇਹ ਤਾਂ ਪਹਿਲਾਂ ਹੀ ਕੇਸ ਚੱਲ ਰਿਹਾ ਜੀ। ਇਹ ਤਾਂ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ ਡਿਸਪਿਊਟਡ। ਕਦੇ ਜੇ ਇਹਨਾਂ ਨੇ ਕਾਲਜ ਬਣਾਉਣਾ ਦਾ ਡਿਸਪਿਊਟਡ ਲੈਂਡ ਤੇ ਤਾਂ ਕਦੇ ਕੋਈ ਪ੍ਰੋਜੈਕਟ ਕੋਈ ਸਰਕਾਰ ਰੱਖਦੀ ਨਹੀਂ। ਅਜੇ ਤਾਂ ਇਹਨਾਂ ਨੂੰ ਪ੍ਰਵਾਨਗੀ ਸੈਂਟਰ ਸਰਕਾਰ ਮੈਂ ਨਹੀਂ ਸਮਝਦਾ ਵੀ ਕਿਵੇਂ ਦੇ ਦੂਗੀ। NOC ਨਹੀਂ ਮਿਲਣੀ, ਉਹ ਤਾਂ ਹੋ ਨਹੀਂ ਸਕਦਾ। ਤੇ 5 ਅਗਸਤ ਦਾ ਨੀਂਹ ਪੱਥਰ ਰੱਖਿਆ, ਅੱਜ ਤੱਕ ਕੋਈ ਕਾਰਵਾਈ ਨਹੀਂ। ਅਸੀਂ ਸਾਡੇ ਤੇ ਇਲਜ਼ਾਮ ਲਾਇਆ, ਅਸੀਂ ਲਿਆ ਕੇ ਲਿਖ ਕੇ ਕਿਹਾ DC ਸਾਹਿਬ ਨੂੰ ਕਿ ਸਾਤੋਂ ਦੱਸੋ ਕੀ ਕਰਾਉਣਾ ਹੈ। ਸਾਤੋਂ ਕੁਝ ਨਹੀਂ ਕਰਾਇਆ, ਕੋਈ ਰਾਬਤਾ ਨਹੀਂ ਕਰਿਆ। ਬਦਨਾਮੀ ਲੋਕਾਂ 'ਚ ਕਰੀ ਜਾਂਦੇ ਨੇ ਸ਼੍ਰੋਮਣੀ ਕਮੇਟੀ ਦੀ। ਮੈਨੂੰ ਇਹ ਲੱਗਦਾ ਵੀ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਗੱਲ ਹੈ। ਕਿਤੇ ਨਾ ਕਿਤੇ ਜਿਹੜੇ ਤੁਸੀਂ ਆ ਬੰਦਿਆਂ ਦੀ ਗੱਲ ਕਰਦੇ ਹੋ, ਮਹੰਤਾਂ ਦੀ, ਉਹਨਾਂ ਨੇ ਕਿਤੇ ਨਾ ਕਿਤੇ ਸਰਕਾਰ ਨੂੰ ਗੁੰਮਰਾਹ ਕਰਕੇ ਉਹ ਯਾਨੀ ਇਹ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਕੇ ਉਹਨਾਂ ਤੇ ਕਬਜ਼ੇ ਆਪਦੇ ਰੱਖਣੇ ਚਾਹੁੰਦੇ ਨੇ। ਕਿਉਂਕਿ ਜੇ ਕੋਰਟ ਦਾ ਫੈਸਲਾ ਜਦੋਂ ਆ ਗਿਆ ਤਾਂ ਕਬਜ਼ਾ ਵੀ ਛੱਡਣਾ ਪਊਗਾ ਉਹਨਾਂ ਨੂੰ, ਮਹੰਤਾਂ ਨੂੰ। ਜਾਨੀ ਕਿ ਸਾਰੀ ਜ਼ਮੀਨ ਦੀ, ਜਿਵੇਂ ਅਕਾਲ ਕੌਂਸਲ ਦੀ ਜ਼ਮੀਨ ਵੀ ਹੈਗੀ ਉੱਥੇ ਕੁਝ, ਉਹ ਵੀ ਜਾਨੀ ਕਿ ਗੁਰਦੁਆਰਾ ਸਾਹਿਬ ਦੇ ਨਾਂ ਆਊ। ਸਾਰੀ ਗੁਰਦੁਆਰਾ ਸਾਹਿਬ ਦੇ ਨਾਂ ਹੈ ਜੀ। ਉਹ ਟੋਟਲ ਕਿੱਲੇ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸਰਕਾਰ ਨੇ ਅੱਜ ਨਹੀਂ 64 ਦੇ ਵਿੱਚ ਨੋਟੀਫਾਈ ਕੀਤਾ ਹੈ। ਉਹਦੇ ਖਸਰਾ ਨੰਬਰ ਵਗੈਰਾ ਸਾਰਾ ਹੁੰਦਾ ਹੈ, ਉਹ ਕੋਈ ਚੈੱਕ ਕਰ ਲਓ। ਉਦੋਂ ਬਾਅਦ ਉਹ ਸ਼੍ਰੋਮਣੀ ਕਮੇਟੀ ਦੇ ਅਧਿਕਾਰ 'ਚ ਆ ਗਈ। ਇਹਨਾਂ ਨੇ ਵਿਰੋਧੀਆਂ ਨੇ, ਇਹੀ ਲੋਕ ਨੇ ਜਿਨ੍ਹਾਂ ਨੇ ਰਿਟ ਪਾਈ, ਉਹ ਅੱਜ ਤੱਕ 40 ਸਾਲ ਦੇ ਕੇਸ ਚੱਲੀ ਜਾਂਦੇ ਨੇ, ਸਾਰੇ ਕੇਸਾਂ 'ਚੋਂ ਹਾਰੀ ਜਾਂਦੇ ਨੇ। ਤੇ ਹੁਣ ਲਾਸਟ ਸੀਗਾ ਤੇ ਹੁਣ ਉਹ ਫੈਸਲਾ ਤਾਂ ਹੋ ਹੀ ਜਾਣਾ ਸੀਗਾ। ਇਹਨਾਂ ਨੇ ਇਸੇ ਕਰਕੇ ਆਪ ਰੌਲਾ ਪਾਇਆ ਕਿ ਆਪਾਂ ਇਹਨਾਂ ਨੂੰ ਬਦਨਾਮ ਕਰ ਦਈਏ, ਕਬਜ਼ਾ ਨਾ ਲੈ ਲੈਣ। ਉਹਦਾ ਬਾਕੀ ਸਾਬਕਾ ਪ੍ਰਧਾਨ ਲੌਂਗੋਵਾਲ ਸਾਹਿਬ ਦੇ ਘਰ ਦੇ ਅੱਗੇ ਧਰਨਾ ਚੱਲ ਰਿਹਾ ਜੀ ਪਿਛਲੇ ਬਹੁਤ ਲੰਮੇ ਸਮੇਂ ਤੋਂ, ਕਾਫੀ ਦਿਨਾਂ ਤੋਂ। ਕੀ ਲੱਗਦਾ ਇਲਾਕੇ ਦੇ ਲੋਕ ਨੇ ਕਿ SGPC ਧੱਕਾ ਕਰ ਰਹੀ ਹੈ ਜੀ ਕਿਤੇ ਨਾ ਕਿਤੇ, ਵੀ ਬਾਦਲ ਗਰੁੱਪ ਤੇ ਢੀਂਡਸਾ ਗਰੁੱਪ ਹੁਣ ਇਕੱਠਾ ਹੋ ਗਿਆ, ਵੀ ਅਕਾਲ ਕੌਂਸਲ ਆ ਜਿਹੜੀ ਉਹ ਕਿਤੇ ਨਾ ਕਿਤੇ ਢੀਂਡਸੇ ਗਰੁੱਪ ਦੇ ਆਗੂ ਨੇ ਜਿਹੜੇ ਉਹ ਨੇ, ਤੇ SGPC ਬਾਦਲ ਗਰੁੱਪ ਦੇ ਅਕੋਰਡਿੰਗ ਚੱਲ ਰਿਹਾ ਕੰਮ ਜੀ। ਇੱਥੋਂ ਤੱਕ ਕਹਿ ਰਹੇ ਨੇ ਕਿ ਦੋਨੇ ਮਿਲ ਕੇ ਕਾਲਜ ਬਣ ਨਹੀਂ ਦੇ ਰਹੇ। ਜਿਹੜਾ ਪੰਥ ਹੁੰਦਾ ਨਾ, ਜਦੋਂ ਪੰਥ ਦਾ ਕੋਈ ਮਸਲਾ ਹੁੰਦਾ ਉਦੋਂ ਕੋਈ ਪਾਰਟੀ ਦਾ ਮਤਲਬ ਨਹੀਂ ਰਹਿ ਜਾਂਦਾ। ਇਹ ਇੱਕ ਪੰਥਕ ਮੁੱਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਸਰਮੋਰ ਜਥੇਬੰਦੀ ਹੈ। ਜਦੋਂ ਕੋਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੂਗੀ ਤਾਂ ਸਾਰਾ ਪੰਥ ਇਕੱਠਾ ਹੁੰਦਾ ਹੈ। ਅੱਜ ਇਹ ਧਰਨਾ ਅਸੀਂ ਨਹੀਂ ਲਾਇਆ, ਦੋਨਾਂ ਪਾਰਟੀਆਂ ਨੇ ਨਹੀਂ ਲਾਇਆ, ਸ਼੍ਰੋਮਣੀ ਕਮੇਟੀ ਨੇ ਨਹੀਂ ਲਾਇਆ। ਇਹ ਫੱਗੂਵਾਲਾ ਸਾਹਿਬ, ਸਾਜਲਾ ਸਾਹਿਬ ਤੇ ਇਹ ਆਮ ਲੋਕਾਂ ਨੇ ਲਾਇਆ। ਅਸੀਂ ਇਹਨਾਂ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ। ਕੋਰਟ ਦਾ ਕਾਨੂੰਨੀ ਪੱਖ ਹੈ, ਉਹ ਕੋਰਟ 'ਚ ਚੱਲ ਰਿਹਾ ਹੈ, ਸਰਕਾਰ ਕੋਲੇ ਹੈ, ਇਹਨੇ ਰਜਿਸਟਰੀ ਕਰਾਈ ਹੈ, ਉਹ ਤਾਂ ਆਪ ਹੀ ਹੋ ਜਾਊਗਾ। ਲੇਕਿਨ ਲੋਕਾਂ 'ਚ ਇੱਕ ਪ੍ਰੋਜੈਕਸ਼ਨ ਇਹਨਾਂ ਨੇ ਗਲਤ ਬਣਾ ਰੱਖੀ ਹੈ ਕਿ ਸ਼੍ਰੋਮਣੀ ਕਮੇਟੀ ਨਹੀਂ ਬਣਨ ਦਿੰਦੀ, ਜਾਂ ਢੀਂਡਸਾ ਸਾਹਿਬ ਨਹੀਂ ਬਣਨ ਦਿੰਦੇ, ਜਾਂ ਧਾਮੀ ਸਾਹਿਬ ਨਹੀਂ ਬਣਨ ਦਿੰਦੇ, ਜਾਂ ਲੌਂਗੋਵਾਲ ਸਾਹਿਬ ਨਹੀਂ ਬਣਨ ਦਿੰਦੇ। ਇਹ ਲੋਕ ਇਹ ਨਜਾਇਜ਼ ਜ਼ਮੀਨਾਂ ਤੇ ਕਬਜ਼ਾ ਕਰਕੇ, ਇਹ ਉਹੀ ਅੱਜ ਜਦੋਂ ਸ਼੍ਰੋਮਣੀ ਕਮੇਟੀ ਹੋਂਦ 'ਚ ਆਈ ਹੈ ਉਦੋਂ ਵੀ ਇਹੀ ਲੜਾਈ ਸੀ। ਉਦੋਂ ਵੀ ਮਹੰਤਾਂ ਨੇ ਕਬਜ਼ਾ ਕਰਿਆ ਸੀ ਤੇ ਬਾਹਰਲੀ ਹਕੂਮਤ ਦੀ ਉਹਨਾਂ ਨੂੰ ਸ਼ਹਿ ਸੀਗੀ। ਇਹ ਇਸ ਆੜ ਦੇ ਵਿੱਚ ਨੇ ਜਿਹੜੇ ਲੋਕ, ਤੁਸੀਂ ਲੌਂਗੋਵਾਲ ਸਾਹਿਬ ਦੇ ਧਰਨੇ ਦੀ ਗੱਲ ਕੀਤੀ, ਉਹ ਉਲਟਾ ਚੋਰ ਕਤਵਾਲ ਨੂੰ ਡੰਟਣ ਵਾਲੀ ਗੱਲ ਹੈ। ਉਹ ਲੋਕਾਂ ਨੂੰ ਗੁੰਮਰਾਹ ਕੀਤਾ। ਅਸੀਂ ਜਿਹੜੇ ਲੋਕਾਂ ਨੂੰ ਚੰਗੇ ਆਗੂ ਨੂੰ, ਆ ਕਿਸਾਨ ਯੂਨੀਅਨ ਨੂੰ ਉਹਨਾਂ ਨੇ ਗੁੰਮਰਾਹ ਕੀਤਾ। ਜਦੋਂ ਉਹਨਾਂ ਨੇ ਸਾਡਾ ਪੱਖ ਸੁਣਿਆ ਤੇ ਉਹ ਸਾਰੇ ਪਿੱਛੇ ਹਟ ਗਏ। ਉਹ ਤਾਂ ਆਪਦੇ ਲਾਲਚ ਨੂੰ, ਜਾਂ ਜਿਹੜੇ ਜਿੰਨੇ ਨੂੰ ਆਇਆ ਕਿ ਮੇਰੀ ਲਵੇ ਜ਼ਮੀਨ ਲੱਗਦੀ ਹੈ, ਮੇਰਾ ਵਾਧੂ, ਉਹ ਤਾਂ 2-3 ਪਿੰਡਾਂ ਦਾ ਰੌਲਾ ਹੈ। 2-3 ਪਿੰਡਾਂ ਦਾ ਰੌਲਾ, ਉਹਨਾਂ ਨੂੰ ਲਾਲਚ ਹੈ ਆਪਦਾ। ਜਿਹੜੇ ਉੱਥੇ ਧਰਨੇ ਲਾਉਂਦੇ ਨੇ, ਕੋਈ ਸੰਗਰੂਰ ਜ਼ਿਲ੍ਹੇ ਦੀ ਉੱਥੇ ਸੰਗਤ ਨਹੀਂ ਜਾਂਦੀ, ਉਹ ਤਾਂ 2-3 ਪਿੰਡ ਨੇ ਜਿਹੜਿਆਂ ਨੂੰ ਉੱਥੇ ਲਾਭ ਹੋਣਾ ਹੈ। ਇਹ ਲਾਭ ਦੇ ਮਾਰੇ ਇਹ ਬਾਬਿਆਂ ਨੇ ਲਾਲਚ ਦੇ ਰੱਖਿਆ ਹੈ ਕਿ ਨਾਲੇ ਅਸੀਂ ਤੁਹਾਨੂੰ ਲਾਭ ਦੇਵਾਂਗੇ ਤੇ ਨਾਲੇ ਅਸੀਂ ਦੇਵਾਂਗੇ, ਆਪਾਂ ਰੌਲਾ ਪਾ ਦਿਓ। ਸਰਕਾਰ ਦੀ ਸਹਿ ਉਹਨਾਂ ਨੇ ਲੈ ਰੱਖੀ ਹੈ ਕਿ ਇਹ ਕੀ ਕਰਨਗੇ। ਬਿਲਕੁਲ, ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ SGPC ਦਾ ਵਕੀਲ ਜਿਹੜਾ ਉੱਥੇ ਲੜ ਰਿਹਾ ਜੀ ਕਿਤੇ ਨਾ ਕਿਤੇ, ਵੀ ਉਹ ਵਕੀਲ ਨੇ 1 ਮਹੀਨੇ ਦੀ ਆਪਣੀ ਇੱਕ ਮੈਡੀਕਲ ਛੁੱਟੀ ਲੈ ਲਈ, ਵੀ ਉਹ ਜਾਣ ਕੇ ਡਿਲੇ ਕਰ ਰਹੇ ਨੇ, ਅੱਗੇ ਦੀ ਅੱਗੇ ਕਰ ਰਹੇ ਨੇ, ਵੀ ਉਹ ਵਕੀਲ ਪਿੱਛੇ ਹਟ ਰਿਹਾ। SGPC ਦਾ ਵਕੀਲ ਹੈ। ਨਹੀਂ, ਇਹ ਤਾਂ ਦੇਖੋ ਝੂਠੇ ਇਲਜ਼ਾਮ ਨੇ। ਅੱਜ ਤੁਸੀਂ ਦੇਖੋ, ਬਿਮਾਰ ਕੋਈ ਵੀ ਹੋ ਸਕਦਾ ਹੈ। ਆਹ ਪਰਸ਼ੋਤਮ ਸਿੰਘ ਫੱਗੂਵਾਲਾ ਉਰੇ ਬਿਮਾਰ ਸੀ ਤੇ ਉਹ ਅੱਜ ਵੀ ਜੇਲ੍ਹ 'ਚ ਭੁੱਖ ਹੜਤਾਲ ਕਰੀ ਬੈਠਿਆ, ਉਹ ਵੀ ਬਿਮਾਰ ਹੈ। ਆਪਾਂ ਨੂੰ ਕਿਸੇ ਨੂੰ ਵੀ ਕੋਈ ਬਿਮਾਰੀ ਹੋ ਸਕਦੀ ਹੈ, ਪਰ ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦਾ ਵਕੀਲ ਨੇ ਕੋਈ ਛੁੱਟੀ ਲੈਤੀ ਹੋਵੇ। ਇਹ ਕੋਰਟਾਂ ਦੇ ਕੰਮ ਨੇ। ਕੋਰਟ ਕਿਸੇ ਵਕੀਲ ਕੋਈ ਸ਼੍ਰੋਮਣੀ ਕਮੇਟੀ ਕੋਲ ਇੱਕ ਤਾਂ ਹੈ ਨਹੀਂ, ਉੱਥੇ ਕਈ ਵਕੀਲ ਨੇ।
ਇਹ ਹੋ ਹੀ ਨਹੀਂ ਸਕਦਾ ਕਿ ਇੱਕ ਵਕੀਲ ਜੇ ਬਿਮਾਰ ਹੋ ਗਿਆ ਤਾਂ ਤਰੀਕ ਪਾਈ ਹੋਵੇ। ਇਹ ਕੋਰਟਾਂ ਦੇ ਪ੍ਰੋਸੈਸ ਨੇ। ਅਸੀਂ ਚਾਹੁੰਦੇ ਹਾਂ ਕਿ ਇਹਦਾ ਛੇਤੀ ਫੈਸਲਾ ਹੋਵੇ। ਜੇ ਫੈਸਲਾ ਛੇਤੀ ਹੋਊਗਾ ਸਮਾਂ ਇਸ ਤਾਂ ਮਹੰਤਾਂ ਤੋਂ ਵੀ ਕਬਜ਼ਾ ਸ਼੍ਰੋਮਣੀ ਕਮੇਟੀ ਨੂੰ ਮਿਲੂਗਾ ਤੇ ਨਾਲੇ ਅਸੀਂ ਕਾਲਜ ਬਣਾਉਣ ਦੇ ਜੋ ਸਰਕਾਰ ਸਾਤੋਂ ਸਹਾਇਤਾ ਲਊਗੀ ਸਮਾਂ ਠੀਕ ਹੈ। ਇਸ ਤਾਂ ਚਾਹੁੰਦੇ ਹਾਂ ਕਿ ਫੈਸਲਾ ਬਿਲਕੁਲ। ਵੈਸੇ ਉਹ ਕੋਰਟ ਦਾ ਮੈਟਰ ਆ ਗਿਆ, ਆਪਾਂ ਗੱਲਬਾਤ ਉਹੀ ਕਰ ਰਹੇ ਹਾਂ ਜੀ। ਤੇ ਇੱਥੇ ਹੁਣ ਤੁਸੀਂ ਇੱਥੇ ਬੈਠੇ ਹੋ, ਪ੍ਰਦਰਸ਼ਨ ਕਰ ਰਹੇ ਹੋ ਡੀਸੀ ਦਫ਼ਤਰ ਦੇ ਅੱਗੇ, ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਕੀ ਹੋਣਾ ਚਾਹੀਦਾ ਹੈ? ਅਸੀਂ ਤਾਂ ਜੀ ਜਿਹੜਾ ਉੱਥੇ ਧਰਨਾ ਉਹਨਾਂ ਨੇ ਨਜਾਇਜ਼ ਦੇ ਰੱਖਿਆ ਨਾ, ਜਿਵੇਂ ਮੈਂ ਕਿਹਾ ਵੀ ਉਲਟਾ ਚੋਰ ਕਤਵਾਲ ਨੂੰ ਡਾਂਟੇ, ਸਾਨੂੰ ਬਦਨਾਮ ਕਰ ਰਹੇ ਨੇ ਉਹੀ ਮਹੰਤ ਜਿਹੜੇ ਲੋਕਾਂ ਨੂੰ ਮਿਸਗਾਈਡ ਕਰ ਰਹੇ ਨੇ। ਉਹਨਾਂ ਦਾ ਅਸੀਂ ਭਾਂਡਾ ਪਹਿਲਾਂ ਭੰਨਿਆ ਇਹਨਾਂ ਨੇ, ਸ਼ਾਜਲਾ ਸਾਹਿਬ ਨੇ ਤੇ ਫੱਗੂ ਵਾਲਾ ਸਾਹਿਬ ਨੇ। ਅਸੀਂ ਉਹਨਾਂ ਦਾ ਭਾਂਡਾ ਭੰਨਣ ਵਾਸਤੇ ਆਹ ਦੇਖੋ ਮੈਨੂੰ ਬੜਾ ਵਧੀਆ ਲੱਗਿਆ ਇਹਨਾਂ ਨੇ ਆਹ ਮੰਗਾਂ ਰੱਖੀਆਂ ਨੇ। ਇਹ ਮੰਗਾਂ ਦੇ ਵਿੱਚ ਸਾਰਾ ਉਹਨਾਂ ਦਾ ਜਿਹੜਾ ਇਹ ਟੋਟਲੀ ਰਾਜਨੀਤਿਕ ਮੁੱਦਾ ਹੈ ਉਹ ਉਸ ਨੂੰ ਚਰਾਹੇ 'ਚ ਭੰਨਤਾ। ਇਸੇ ਕਰਕੇ ਤਾਂ ਸਜ਼ਾ ਦਿੱਤੀ ਫੱਗੂ ਵਾਲਾ ਸਾਹਿਬ ਨੂੰ। ਉਹਦੇ ਝੂਠਾ ਪਰਚਾ ਕੀਤਾ, ਪਹਿਲਾਂ ਹਮਲਾ ਕੀਤਾ ਉਸੇ ਕਮੇਟੀ ਦੇ ਬੰਦਿਆਂ ਨੇ ਜਿਹੜੇ ਉੱਥੇ ਧਰਨਾ ਦਿੰਦੇ ਨੇ। ਫੱਗੂ ਵਾਲਾ ਸਾਹਿਬ ਤੇ ਧਰਨਾ ਦਿੱਤਾ। ਅਸੀਂ ਤਾਂ ਵੀਡੀਓ ਅੱਜ ਵਾਇਰਲ ਹੋਈ ਆ, ਅੱਜ ਦੇਖੀ ਆ ਅਸੀਂ ਤਾਂ ਉਰੇ ਆ ਕੇ। ਉਹ 'ਤੇ ਹਮਲਾ ਕੀਤਾ, ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ। ਉਹਨਾਂ ਨੇ ਪਤਾ ਕੀ ਕਿਹਾ, ਕਹਿੰਦੇ ਫੱਗੂ ਵਾਲਾ ਸਾਹਿਬ ਤੂੰ ਤਾਂ ਕਹਿੰਦਾ ਸੀ ਉੱਥੇ ਮੈਂ ਨਕਲੀ ਹਰਮੰਦਰ ਸਾਹਿਬ ਨਹੀਂ ਬਣਨ ਦਿੰਦਾ, ਉਹ ਵੀ ਬਣਾਤਾ ਕਹਿੰਦੇ ਅਸੀਂ। ਉਹ ਬੰਦੇ ਕਰ ਰਹੇ ਪਰਚਾ ਉਹਨਾਂ 'ਤੇ ਬਣਦਾ ਸੀ ਤੇ ਪਰਚਾ ਪ੍ਰਸ਼ਾਸਨ ਨੇ ਕਿਹਤੇ ਕੀਤਾ? ਪ੍ਰਸ਼ਾਸਨ ਹਾਜ਼ਰ ਸੀ ਮੌਕੇ ਤੇ ਫੱਗੂ ਵਾਲਾ ਸਾਹਿਬ ਤੇ। ਇਹ ਕਿਤੇ ਨਾ ਕਿਤੇ ਗੱਲਾਂ ਨਾ ਸਿੱਖ ਕੌਮ ਨੂੰ ਬਦਨਾਮ ਕਰਨੀਆਂ ਚੱਲ ਰਹੀਆਂ ਨੇ। ਅਸੀਂ ਉਹ ਗੱਲਾਂ ਨੂੰ ਸਾਫ਼ ਲੋਕਾਂ 'ਚ ਲਿਆਉਣੀ ਚਾਹੁੰਦੇ ਹਾਂ, ਸੰਗਤ 'ਚ ਲਿਆਉਣੀ ਚਾਹੁੰਦੇ ਹਾਂ ਕਿ ਆਹ ਗੱਲਾਂ ਨੇ ਗੀਆਂ। ਕਿਉਂਕਿ ਸੰਗਤ ਨੂੰ ਪਤਾ ਨਹੀਂ ਹੁੰਦਾ, ਬਹੁਤ ਸਾਰੇ ਲੋਕਾਂ ਨੂੰ ਤਾਂ ਅੱਜ ਤੱਕ ਕਈ ਨਹੀਂ ਪਤਾ ਸੀ ਵੀ ਮਸਤੂਆਣਾ ਸਾਹਿਬ ਦੀ ਜ਼ਮੀਨ ਹੈ ਜਿਹੜੀ ਉਹ ਸ਼੍ਰੋਮਣੀ ਕਮੇਟੀ ਕੋਲੇ ਹੈ। ਕਿਉਂਕਿ ਕੇਸ ਚੱਲਦਾ ਸੀਗਾ, ਟਰਸਟ ਨੇ ਸਟੇ ਲੈਤੀ ਹੋਈ ਸੀ, ਕਬਜ਼ਾ ਰਹਿੰਦਾ ਸੀ ਟਰਸਟ ਕੋਲੇ ਤੇ ਲੋਕਾਂ ਨੂੰ ਪਤਾ ਨਹੀਂ ਸੀ। ਇਹ ਲੋਕਾਂ ਨੂੰ ਜਾਣਕਾਰੀ ਵਾਸਤੇ ਇਹਨਾਂ ਨੇ ਜਗਾਉਣ ਵਾਸਤੇ ਫੱਗੂ ਵਾਲਾ ਸਾਹਿਬ ਨੇ ਤਾਂ ਇਹ ਸਟੈਪ ਲੈਤਾ ਹੈ। ਸ਼ਾਜਲਾ ਸਾਹਿਬ ਜਿਹੜੇ ਗ੍ਰੰਥੀ ਰਾਗੀ ਪ੍ਰਚਾਰਕ ਸਭਾ ਦੇ ਨਿਊਟਰਲ ਨੇ, ਕਿਸੇ ਪਾਰਟੀ ਨਾਲ ਸੰਬੰਧ ਨਹੀਂ, ਉਹਦੇ ਪ੍ਰਧਾਨ ਨੇ ਆਲ ਇੰਡੀਆ ਦੇ। ਤੇ ਇਹਨਾਂ ਨੇ ਮੁੱਦਾ ਚੁੱਕਿਆ, ਸਾਡੀ ਜ਼ਿੰਮੇਵਾਰੀ ਬਣ ਗਈ ਕਿ ਇਹਨਾਂ ਨੇ ਪੰਥ ਨੂੰ ਬਦਨਾਮ ਕਰਨ ਦੇ ਉੱਤੇ ਉਹਨਾਂ ਦਾ ਚਰਾਹ ਭਾਂਡਾ ਮਹੰਤਾਂ ਦਾ ਤੇ ਸਰਕਾਰ ਦਾ ਭੰਨਿਆ। ਅਸੀਂ ਇਹਨਾਂ ਦਾ ਸਵਾਗਤ ਕੀਤਾ, ਅਸੀਂ ਹਮਦਰਦੀ ਕੀਤੀ, ਅੱਜ ਇਹਨਾਂ ਦਾ ਸਤਿਕਾਰ ਕੀਤਾ ਤੇ ਅਸੀਂ ਤਾਂ ਫੱਗੂ ਵਾਲਾ ਸਾਹਿਬ ਨੂੰ ਕਿਹਾ ਸੀ ਤੁਹਾਡੀ ਜ਼ਮਾਨਤ ਦੇ ਦਿੰਦੇ, ਅਸੀਂ ਕਰਾਉਂਦੇ ਹਾਂ। ਪਰ ਫੱਗੂ ਵਾਲਾ ਸਾਹਿਬ ਜਵਾਬ ਦੇ ਗਏ। ਉਹ ਕਹਿੰਦੇ ਮੈਂ ਜ਼ਮਾਨਤ ਨਹੀਂ ਕਰਾਉਣੀ, ਮੈਨੂੰ ਜਿਵੇਂ ਸਰਕਾਰ ਚਾਹੇ ਛੱਡੇ, ਮੈਨੂੰ ਰੱਖੇ ਜੇਲ੍ਹ 'ਚ, ਮੇਰੀ ਭੁੱਖ ਹੜਤਾਲ ਹੋਇਆ। ਇਸੇ ਕਰਕੇ ਅਸੀਂ ਇਹ ਵੀ ਕਹਿੰਦੇ ਹਾਂ ਪ੍ਰਸ਼ਾਸਨ ਨੂੰ, ਸਰਕਾਰ ਨੂੰ ਕਿ ਉਹ ਬਿਮਾਰ ਬੰਦਾ ਹੈ, ਉਹ ਭੁੱਖ ਹੜਤਾਲ ਤੇ ਉਹਦੀ ਜਾਰੀ ਹੁਣ ਵੀ ਚਾਲੂ ਹੈ ਤੇ ਉਹਦਾ ਕੋਈ ਮਾਲੀ ਨੁਕਸਾਨ ਜਾਂ ਜਾਨੀ ਨੁਕਸਾਨ ਜੇ ਹੁੰਦਾ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ। ਅਸੀਂ ਇਹ ਫੇਰ ਕਹਿੰਦੇ ਹਾਂ ਕਿ ਉਸ ਨੂੰ ਛੱਡਿਆ ਜਾਵੇ, ਉਹਤੇ ਕੇਸ ਵਾਪਸ ਲਿੱਤਾ ਜਾਵੇ ਤੇ ਜਿਹੜਿਆਂ ਨੇ ਉਹਦੇ ਉੱਤੇ ਹਮਲਾ ਕੀਤਾ, ਦੇਖੋ 57 ਉਹਦੇ ਕੇਸ ਪਾਇਆ, ਸਾਨੂੰ ਪਤਾ ਲੱਗਿਆ। ਜਿਹੜਿਆਂ ਨੇ ਹਮਲਾ ਕੀਤਾ ਉਹਨਾਂ ਤੇ ਕੁਝ ਨਹੀਂ, ਉਹ ਬਾਹਰ ਫਿਰਦੇ ਨੇ। ਔਰ ਜਿਨ੍ਹਾਂ ਨੇ ਸਿੱਖਾਂ ਦੀਆਂ ਇੱਕ ਹੋਰ ਪਰਚਾ ਉਹਨਾਂ ਤੇ ਕੀਤਾ, ਦੇਖੋ ਅੱਜ ਮੰਗ ਤਾਂ ਨਵੀਂ ਉੱਠ ਖੜੀ, ਇਹ ਮੰਗ ਹੁਣ ਲੋਕਾਂ 'ਚ ਜਾਊਗੀ। ਉਹਨਾਂ ਨੇ ਵਾਇਰਲ ਇੱਥੇ ਵੀਡੀਓ ਹੋਈ ਆ, ਉਹਦੇ ਵਿੱਚ ਕਿਹਾ ਕਿ ਜੀ ਅਸੀਂ ਜਿਹੜੀਆਂ ਹੈਗੀਆਂ ਨੇ, ਪਹਿਲਾਂ ਤੂੰ ਨਕਲੀ ਸਾਨੂੰ ਹਰਮੰਦਰ ਸਾਹਿਬ ਨਹੀਂ ਬਣਾਉਣ ਦਿੰਦਾ ਤੇ ਇਸ ਤਾਂ ਉਹ ਵੀ ਬਣਾਤਾ। ਉਹ ਤਾਂ ਸਾਰੀ ਸਾਹਮਣੇ ਆ ਕੇ ਪਤਾ ਲੱਗ ਗਿਆ ਵੀ ਕੌਣ ਉੱਥੇ ਨਕਲੀ ਹਰਮੰਦਰ ਸਾਹਿਬ ਬਣਾਉਂਦਾ ਹੈ, ਕੌਣ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਂਦਾ ਹੈ ਤੇ ਕਿਹਨੇ ਆਹ ਕਾਰਨਾਮਾ ਕੀਤਾ, ਕਿਹਨੇ ਸਰਕਾਰ ਨੂੰ ਚੱਕਰ 'ਚ ਪਾਇਆ ਤੇ ਕਿਹਨੇ ਸ਼੍ਰੋਮਣੀ ਕਮੇਟੀ ਨੂੰ ਚੱਕਰ 'ਚ ਪਾਇਆ, ਕਿਹਨੇ ਸਮੁੱਚੇ ਪੰਥ ਨੂੰ ਪਾਇਆ। ਬਿਲਕੁਲ ਬਿਲਕੁਲ। ਵੈਸੇ ਤੁਸੀਂ ਗੱਲ ਕੀਤੀ ਹੈ ਕਿ ਐਸਜੀਪੀਸੀ ਦਾ ਪੂਰਾ ਸਹਿਯੋਗ ਦੇਣ ਨੂੰ ਤਿਆਰ ਆ ਸਰਕਾਰ ਨੂੰ ਵੀ, ਉਹ ਕਿਵੇਂ ਦਾ ਸਹਿਯੋਗ ਦੇ ਸਕਦੇ ਹੋ ਤੁਸੀਂ ਇੱਥੇ? ਦੇਖੋ ਜੀ, ਜਿਵੇਂ ਹੈਗਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕਦੇ ਵੀ ਰਜਿਸਟਰੀ ਤਾਂ ਕੋਈ ਧਾਰਮਿਕ ਜਗ੍ਹਾ ਦੀ ਹੁੰਦੀ ਨਹੀਂ, ਕਿਉਂਕਿ ਸਰਕਾਰ ਹੀ ਲਿਖਦਾ, ਸਰਕਾਰ ਦਾ ਕਾਨੂੰਨ ਹੈ, ਸਾਡਾ ਕਾਨੂੰਨ ਨਹੀਂ। ਸਰਕਾਰ ਨੇ ਕਾਨੂੰਨ ਬਣਾਇਆ ਹੈ। ਮੈਂ ਤੁਹਾਨੂੰ ਪਹਿਲਾਂ ਦੱਸਿਆ ਰਜਿਸਟਰੀ ਤੇ ਸਪੈਸ਼ਲ ਲਿਖਾਉਂਦੇ ਨੇ ਹਰੇਕ ਤੋਂ ਕਿ ਧਾਰਮਿਕ ਜਗ੍ਹਾ ਦੀ ਜ਼ਮੀਨ ਨਾ ਹੋਵੇ ਤਾਂ ਰਜਿਸਟਰੀ ਹੋਊਗੀ। ਤੇ ਸਾਡੇ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਅਸੀਂ ਪਹਿਲਾਂ ਵੀ ਸਰਕਾਰਾਂ ਨੂੰ ਦਿੱਤੇ ਨੇ, ਅਸੀਂ ਜਿਹੜੀਆਂ ਵੈਲਫੇਅਰ ਸੁਸਾਇਟੀਆਂ ਨੇ ਉਹਨਾਂ ਨੂੰ ਵੀ ਅਸੀਂ ਦਿੰਨੇ ਆ। ਉਹਦਾ ਤਰੀਕਾ ਹੈ ਕਿ ਅਸੀਂ ਉਹਨਾਂ ਨੂੰ 99 ਸਾਲਾ ਪਟਾ ਕਰ ਦਿੰਨੇ ਆ ਤੇ ਪਟੇ ਦੇ ਉੱਤੇ ਸਾਡਾ ਇੱਕ ਤਰੀਕਾ ਹੈ, ਉਹ ਸਾਤੋਂ ਪਟਾ ਕਰਵਾਉਣ ਜਾਂ ਹੋਰ ਵੀ ਕੋਈ ਹੱਲ ਸਰਕਾਰ ਸਾਨੂੰ ਦੱਸੇ। ਜੇ ਕੋਈ ਸਰਕਾਰ ਸ਼੍ਰੋਮਣੀ ਕਮੇਟੀ ਤੋਂ ਰਜਿਸਟਰੀ ਕਰਵਾ ਸਕਦੀ ਹੈ, ਕੋਈ ਕਾਨੂੰਨ ਹੈ, ਯਾਨੀ ਕਿ ਸੰਗਰੂਰ 'ਚ ਤੁਸੀਂ ਦੇਣ ਨੂੰ ਤਿਆਰ ਹੋ ਜੇ ਕੋਈ ਗੱਲਬਾਤ? ਤਿਆਰ ਹਾਂ ਜੀ। ਸੰਗਰੂਰ 'ਚ ਦਾ ਅਸੀਂ ਤਾਂ ਧੰਨਵਾਦ ਵੀ ਕਰਦੇ ਮੁੱਖ ਮੰਤਰੀ ਦਾ ਕਿ ਕਾਲਜ ਬਣਾਵੇ ਤੇ ਰੋਜ਼ ਵਧੀਆ ਬਣਾਵੇ, ਛੇਤੀ ਬਣਾਵੇ। ਉਹਨਾਂ ਨੇ ਮਾਰਚ ਚਾਲੂ ਕਰਨਾ। ਅੱਜ ਸਾਡਾ ਦੇਖੋ ਇਹਦੇ ਵਿੱਚ ਇੱਕ ਵੀ ਮੁੱਦਾ ਹੈ ਕਿ ਸਰਕਾਰ ਨੇ ਕਿਹਾ ਸੀ ਕਿ ਅਸੀਂ ਮਤਲਬ ਚਾਲੂ ਕਰ ਦਾਂਗੇ ਮਾਰਚ ਤੱਕ, ਉਹਨਾਂ ਨੇ ਕੁਝ ਨਹੀਂ ਅਜੇ ਤੱਕ ਕੀਤਾ। ਇਸ ਤਾਂ ਕਹਿੰਦੇ ਵੀ ਕਰਨ। ਦੇਖੋ ਕਿੰਨੇ 100 ਕਰੋੜ ਰੁਪਈਆ ਉਹ ਕਾਲਜ ਦੇ ਲਾ ਰਹੇ ਨੇ। ਜੇ ਉਹਨਾਂ ਨੇ ਲਾਉਣਾ ਹੈ ਤਾਂ ਦੇਖੋ ਇੱਕ ਤਰੀਕਾ ਸਰਕਾਰ ਕੋਲੇ ਮੈਨੂੰ ਮੇਰੇ ਬਾਕੀ ਦਾ ਵਕੀਲ ਦੱਸਣਗੇ। ਇੱਕ ਇਹ ਵੀ ਹੈ ਕਿ ਉਹ ਅਕਵਾਇਰ ਕਰ ਲੈਣ ਜ਼ਮੀਨ ਨੂੰ, ਥੋੜੀ ਕੀਮਤ ਲੈ ਕੇ ਬੜਾ ਵਧੀਆ ਹੱਲ ਨਿਕਲ ਸਕਦਾ ਹੈ। ਅਸੀਂ ਕਾਨੂੰਨੀ ਪੱਖ ਤੇ ਮਤਲਬ ਕਹਿੰਦੇ ਹਾਂ ਕਿ ਕਾਨੂੰਨੀ ਨੁਕਤਾ ਜਿਹੜਾ ਉਹਨੂੰ ਸਾਫ਼ ਕਰ ਲੈਣ, ਸਾਤੋਂ ਸਹਿਯੋਗ ਲੈ ਲੈਣ। ਆਹ ਪੁੱਠੇ ਕੰਮ ਤਾਂ ਜਿਹੜੇ ਕਰਦੇ ਨੇ, ਦੇਖੋ ਜੀ ਉਹ ਕਿਸੇ ਜਾਲੀ ਬੰਦਿਆਂ ਤੋਂ, ਅਣਅਧਿਕਾਰਤ ਬੰਦਿਆਂ ਤੋਂ ਰਜਿਸਟਰੀ ਕਰਾ ਲੈਣੀ ਤੇ ਉਹਦਾ ਇੰਤਕਾਲ ਕਿਹਨੇ ਕਰਨਾ? ਤੁਸੀਂ ਕਿਹਾ ਕਿ ਇੰਤਕਾਲ ਹੋ ਗਿਆ, ਇੰਤਕਾਲ ਵੀ ਸਰਕਾਰ ਨੇ ਕਰਨਾ ਹੈ, ਰਜਿਸਟਰੀ ਵੀ ਸਰਕਾਰ ਨੇ ਕਰਨੀ ਹੈ। ਜੋ ਮਰਜ਼ੀ ਕਰੀ ਜਾਵੇ, ਕਾਸੇ ਦੀ ਕਰਵਾ ਲਓ, ਸਰਕਾਰ ਦੇ ਤਾਂ ਸਭ ਕੁਝ ਹੱਥ 'ਚ ਹੁੰਦਾ ਹੈ। ਸਰਕਾਰ ਤਾਂ ਜੋ ਮਰਜ਼ੀ ਕਰ ਲੇ, ਪਰ ਜਦੋਂ ਕੋਰਟ 'ਚ ਜਾਂਦੇ ਉਦੋਂ ਔਖਾ ਹੋ ਜਾਂਦਾ ਨਾ। ਬਿਲਕੁਲ। ਫਿਰ ਤਾਂ ਕੋਰਟ ਦਾ ਫੈਸਲਾ, ਕੋਰਟ ਦਾ ਫੈਸਲਾ ਜਿਵੇਂ ਆ ਉਵੇਂ ਕਰ ਨਹੀਂ ਜਾ ਸਕਦੇ। ਦੇਖੋ ਕੋਰਟ ਤੋਂ ਬਾਹਰ, ਕਾਨੂੰਨ ਤੋਂ ਬਾਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਇਹ ਪ੍ਰਾਈਵੇਟ ਕੰਪਨੀ ਨਹੀਂ ਹੈ, ਇਹ ਸਿੱਖਾਂ ਦੀ ਸਰਮੋਰ ਜਥੇਬੰਦੀ ਹੈ। ਇਹ ਕੋਈ ਐਸਾ ਕੰਮ ਨਹੀਂ ਕਰਨਾ ਚਾਹੁੰਦੀ, ਕੋਈ ਐਸਾ ਕੰਮ ਕਦੇ ਨਹੀਂ ਕਰੂ ਜਿਹੜੀ ਗੈਰ ਕਾਨੂੰਨੀ ਹੋਵੇ।
ਗੈਰ ਕਾਨੂੰਨੀ ਕੰਮ ਤੇ ਅਸੀਂ ਨਹੀਂ ਸਹਿਯੋਗ ਦਿੰਦੇ, ਭਾਵੇਂ ਸਰਕਾਰ ਹੋਵੇ ਭਾਵੇਂ ਕੋਈ ਹੋਵੇ। ਹਾਂ, ਕਾਨੂੰਨ ਮੁਤਾਬਕ ਸਾਤੋਂ ਸਹਿਯੋਗ ਲੋਕਾਂ ਦੀ ਭਲਾਈ ਵਾਸਤੇ ਚੰਗਾ ਕੰਮ ਜਿਹੜਾ ਹੈਗਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਅਸੀਂ ਪੂਰੇ ਤਤਪਰ ਹਾਂ। ਠੀਕ ਹੈ, ਅਸੀਂ ਬਿਲਕੁਲ। ਜਾਨੀ ਕਿ ਹੁਣ ਤੁਹਾਡੀ ਮੰਗ ਇਹੀ ਆ ਵੀ ਜਿਹੜਾ ਉੱਥੇ ਧਰਨਾ ਲੱਗਿਆ ਹੋਇਆ ਜੀ ਉਹ ਅਣਅਧਿਕਾਰਤ ਆ, ਵੀ ਬੇਸੀ ਲਾਇਆ ਹੋਇਆ ਉਹ ਤਾਂ ਜੀ ਰਾਜਨੀਤੀ ਕਰਦੇ ਨੇ। ਉਹਨਾਂ ਨੂੰ ਕਿਤੇ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਕੇ ਤੇ ਅਕਾਲੀ ਦਲ ਨੂੰ ਬਦਨਾਮ ਕਰਕੇ ਸ਼ਾਇਦ ਇਹ ਅਸੀਂ ਕਿਸੇ ਸਰਕਾਰ ਦੀ ਆੜ 'ਚ, ਸਰਕਾਰ ਨੂੰ ਤਾਂ ਕਾਲਜ ਬਣਾਉਣਾ ਸੀ, ਉਹਦੀ ਆੜ 'ਚ ਉਹ ਜ਼ਮੀਨ ਨੂੰ ਹਥਿਆਉਣਾ ਚਾਹੁੰਦੇ ਨੇ। ਅਸੀਂ ਤਾਂ ਜੀ ਹੁਣ ਪਤਾ ਲੱਗਿਆ ਕਿ ਉਹ ਤਾਂ ਜ਼ਮੀਨਾਂ ਵੀ ਐਂ ਕਿਸੇ ਨੂੰ ਹੋਰ ਵੀ ਦੇ ਰੱਖੀਆਂ ਨੇ, ਵੇਚ ਰੱਖੀਆਂ ਨੇ। ਉਹਦੇ ਵੀ ਸਾਰੀ ਇਨਕੁਆਇਰੀ, ਸਾਰਾ ਚਿੱਟਾ ਖੁੱਲੂਗਾ, ਕਿਉਂਕਿ ਨੋਟੀਫਾਈਡ ਗੁਰਦੁਆਰਾ ਹੈ ਨਾ। ਨੋਟੀਫਾਈਡ ਗੁਰਦੁਆਰਾ ਸੰਤ ਅਤਰ ਸਿੰਘ ਮਹਾਰਾਜ ਦੀ ਭਾਵਨਾ ਨਾਲ ਬਣਿਆ ਹੋਇਆ ਹੈ। ਉਹਨਾਂ ਦੇ ਨਾਲ ਵੀ ਇਹਨਾਂ ਨੇ ਤਾਂ ਕੇਸ ਲੜਿਆ ਸੀ। ਇਹ ਤਾਂ ਉਹੀ ਲੋਕ ਨੇ, ਸਾਨੂੰ ਪਤਾ ਹੈ। ਬਿਲਕੁਲ। ਸਾਜਲਾ ਸਾਹਿਬ, ਹੁਣ ਕਦੋਂ ਤੱਕ ਕੋਈ ਇੱਥੇ ਪ੍ਰਸ਼ਾਸਨ ਆਇਆ ਤੁਹਾਡੇ ਨਾਲ ਗੱਲਬਾਤ ਕੀਤੀ ਹੋਵੇ, ਨਵੀਂ ਚੱਕ ਲਓ ਜੀ ਧਰਨਾ, ਕੋਈ ਦਿੱਕਤ ਨਹੀਂ, ਤੁਹਾਡੀ ਕੋਈ ਮੰਗ ਆ ਜਿਹੜੀ ਇਹ ਪੂਰੀ ਕਰਦੇ ਆਪਾਂ, ਜਿਵੇਂ ਤੁਸੀਂ ਉਹੀ ਕਹਿ ਰਹੇ ਹੋ ਵੀ ਪਰਚਾ ਵੀ ਹੋਇਆ ਪਰਸ਼ੋਤਮ ਸਿੰਘ ਫੱਗੂਵਾਲੇ ਤੋਂ, ਉਹੀ ਅਮੀਨ ਤੁਹਾਡਾ ਹੁਣ? ਸਾਡੇ ਕੋਲ ਕੋਈ ਪ੍ਰਸ਼ਾਸਨ ਨਹੀਂ ਆਇਆ, ਕਿਸੇ ਨੇ ਆ ਕੇ ਸਾਨੂੰ ਇਹ ਨਹੀਂ ਕਿਹਾ ਵੀ ਦੱਸੋ ਤੁਹਾਡੀ ਕੀ ਆ। ਸਾਨੂੰ ਆ ਕੇ ਸਵੇਰੀ ਕਹਿ ਦਿੰਦੇ ਨੇ ਵੀ ਤੁਸੀਂ ਕੋਈ ਮੰਗ ਪੱਤਰ ਦੇ ਦਿਓ ਜੀ। ਅਸੀਂ ਪੰਫਲੇਟ ਆਪਦਾ ਇਹ ਮੰਗ ਪੱਤਰ ਸਾਰਾ ਲਿਖ ਰੱਖਿਆ, ਇਹਦੇ ਉੱਤੇ ਸਾਰਾ ਕੁਝ ਲਿਖਿਆ ਹੋਇਆ। ਅਸੀਂ ਇਹ ਕਹਿੰਦੇ ਆ ਵੀ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਰਜਿਸਟਰੀ ਜਾਲੀ ਕਰਾਈ ਹੈ ਉਹਨਾਂ ਦੇ ਉੱਤੇ ਪਰਚਾ ਹੋਵੇ, ਤੇ ਜਿਨ੍ਹਾਂ ਨੇ ਕਰਾਈ ਹੈ ਉਹਨਾਂ ਦੇ ਉੱਤੇ ਵੀ ਹੋਵੇ। ਉਹ ਸਾਰਾ ਇਹਦੇ 'ਚ ਕੱਲੀ ਕੱਲੀ ਗੱਲ ਦਿੱਤੀ ਹੋਈ ਹੈ। ਇਹ ਗੱਲ ਇਹ ਨਹੀਂ ਹੈ ਕਿ 25 ਕਿੱਲਿਆਂ ਦੀ ਗੱਲ, ਤਾਂ ਹੈ ਕਿ ਹਜ਼ਾਰਾਂ ਏਕੜ ਜ਼ਮੀਨ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਨਾਂ, ਗੁਰਦੁਆਰਾ ਸਾਹਿਬ ਦੇ ਨਾਂ ਹੈਗੀ ਹੈ। ਐਂ ਤਾਂ ਫਿਰ ਜੇ ਵਿਕਣ ਲੱਗ ਗਈ ਸਾਰੀ ਵੇਚ ਜਾਣਗੇ, ਫਿਰ ਗੁਰਦੁਆਰਾ ਸਾਹਿਬ ਦੇ ਨਾਂ ਤਾਂ ਕੁਛ ਰਹਿਣਾ ਨਹੀਂ। ਇਹ ਤਾਂ ਪੰਥ ਨੂੰ ਕਮਜ਼ੋਰ ਕਰਨ ਵਾਸਤੇ ਆ ਕਿ ਗੁਰਦੁਆਰਿਆਂ ਦੇ ਜਿਹੜੇ ਲੰਗਰ ਚੱਲਦੇ ਨੇ, ਗੁਰਦੁਆਰਿਆਂ ਦੀ ਚੜ੍ਹਦੀ ਕਲਾ ਹੈਗੀ ਆ, ਇਹ ਸਾਰਾ ਕੁਝ ਜ਼ਮੀਨਾਂ ਖੋਹ ਕੇ ਉਹਨਾਂ ਨੂੰ ਜਿਹੜਾ ਹੈਗਾ ਨਹੱਥੇ ਬਣਾ ਦਿਓ। ਉਸ ਤੋਂ ਬਾਅਦ ਉੱਥੇ ਮਤਲਬ ਜਿਹੜਾ ਹੈਗਾ ਲੰਗਰ ਪ੍ਰਸ਼ਾਦਾ ਪਾਣੀ ਚੱਲਣਾ ਬੰਦ ਹੋ ਜੇ। ਇਹ ਤਾਂ ਪੰਥ ਨੂੰ, ਸਿੱਖ ਪੰਥ ਨੂੰ ਕਮਜ਼ੋਰ ਕਰਨ ਵਾਲੀਆਂ ਗੱਲਾਂ ਨੇ, ਹੋਰ ਇਹਦੇ 'ਚ ਕੁਛ ਨਹੀਂ। ਜਿਹੜਾ ਕਾਨੂੰਨ ਕਹਿੰਦਾ ਕਿ ਰਜਿਸਟਰੀ ਹੋ ਹੀ ਨਹੀਂ ਸਕਦੀ, ਅਸੀਂ ਡੀਸੀ ਸਾਹਿਬ ਨੂੰ ਤੁਹਾਡੇ ਜਰੀਏ ਬੇਨਤੀ ਕਰਦੇ ਹਾਂ। ਇਹਨਾਂ ਨੇ ਰਜਿਸਟਰੀ ਕਰਾਈ ਹੈ, ਸਾਨੂੰ ਇਹਦੇ ਨਾਲ ਦੀ ਰਜਿਸਟਰੀ 100 ਸਾਲ ਦੀ ਕੋਈ ਲਿਆ ਕੇ ਦਿਖਾ ਦੇਣਾ, 100 ਸਾਲ ਪੁਰਾਣੀ। ਅਸੀਂ ਚੈਲੰਜ ਕਰਦੇ ਹਾਂ, 100 ਸਾਲ ਪੁਰਾਣੀ ਕੋਈ ਰਜਿਸਟਰੀ, 60 ਸਾਲ 70 75 ਸਾਲ ਦੇਸ਼ ਆਜ਼ਾਦ ਹੋਏ ਨੇ, ਉਦੋਂ ਪਹਿਲਾਂ ਅੰਗਰੇਜ਼ਾਂ ਦਾ ਰਾਜ ਸੀ, ਅੰਗਰੇਜ਼ ਰਾਜ ਵੇਲੇ ਦੀ ਲਿਆ ਕੇ ਦਿਖਾ ਦੇਣਾ। ਜਿਹੜੀ ਦਾਨ ਕਰੀ ਹੋਈ ਹੈ ਜ਼ਮੀਨ ਵੀ ਉਹਦੀ ਰਜਿਸਟਰੀ ਦੁਆਰਾ। ਹਾਂ, ਗੁਰਦੁਆਰਾ ਸਾਹਿਬ ਦੇ, ਮੰਦਿਰ ਦੇ, ਮਸਜਿਦ ਦੇ ਨਾਂ ਜ਼ਮੀਨ ਜਾਇਦਾਦ ਹੋਵੇ, ਉਹ ਜ਼ਮੀਨ ਗਾਹਾਂ ਕਿਸੇ ਨੇ ਦਿੱਤੀ ਹੋਵੇ, ਟਰਾਂਸਫਰ ਕਰੀ ਹੋਵੇ, ਸਾਨੂੰ ਉਹ ਰਜਿਸਟਰੀ ਲਿਆ ਕੇ ਦਿਖਾ ਦੇਣ, ਡੀਸੀ ਸਾਹਿਬ ਲਿਆ ਕੇ ਦਿਖਾ ਦੇਣ, ਇਹਨਾਂ ਦਾ ਪ੍ਰਸ਼ਾਸਨ ਲਿਆ ਕੇ ਦਿਖਾ ਦੇ। ਮੈਂ ਕਹਿੰਦਾ ਗਵਾਂਢੀ ਮੁਲਕ ਪਾਕਿਸਤਾਨ ਚੋਂ ਲਿਆ ਕੇ ਦਿਖਾ ਦੇਣ ਜੇ ਉਰੇ ਨਹੀਂ ਹੈਗੀ। ਠੀਕ ਹੈ, ਮਤਲਬ ਇਸ ਤਰ੍ਹਾਂ ਰਜਿਸਟਰੀ ਹੋ ਹੀ ਨਹੀਂ ਸਕਦੀ। ਕਾਨੂੰਨ ਇਹਦੀ ਜਿਹੜਾ ਹੈ ਪ੍ਰੋਵੀਜ਼ਨ ਦਿੰਦਾ ਹੀ ਨਹੀਂ। ਠੀਕ ਹੈ, ਇਹ ਪਤਾ ਨਹੀਂ ਕਿੱਥੋਂ ਲਿਆ ਕੇ ਇਹਨਾਂ ਨੇ ਕਾਨੂੰਨ ਬਣਾਇਆ। ਜਿੰਨਾ ਚੱਕਰ ਇਹ ਕਾਰਵਾਈ ਨਹੀਂ ਹੁੰਦੀ, ਕਾਲਜ ਅਸੀਂ ਕਹਿੰਦੇ ਆ ਕਿ ਸਰਕਾਰ ਕਾਲਜ ਬਣਾਵੇ, ਸਹੀ ਤਰੀਕੇ ਨਾਲ ਬਣਾਵੇ। ਜਿਵੇਂ ਪਹਿਲਾਂ ਕਿਹੜਾ ਸਰਕਾਰਾਂ ਨੇ ਕਾਲਜ ਨਹੀਂ ਬਣਾਏ, ਪਹਿਲਾਂ ਕਿਹੜਾ ਸਰਕਾਰਾਂ ਨੇ ਯੂਨੀਵਰਸਿਟੀਆਂ ਨਹੀਂ ਬਣਾਈਆਂ, ਪਹਿਲਾਂ ਕਿਹੜਾ ਸਰਕਾਰਾਂ ਨੇ ਵੱਡੇ ਵੱਡੇ ਅਦਾਰੇ ਨਹੀਂ ਬਣਾਏ। ਕੋਈ ਅਦਾਰਾ ਦੱਸ ਦਿਓ ਕਿ ਗੁਰਦੁਆਰਿਆਂ ਦੀਆਂ ਜ਼ਮੀਨਾਂ ਤੇ ਜਾਂ ਮੰਦਰਾਂ ਦੀਆਂ ਜ਼ਮੀਨਾਂ ਤੇ ਕੋਈ ਅਦਾਰਾ ਪਹਿਲਾਂ ਬਣਿਆ ਹੋਵੇ, ਜਾਂ ਇਹ ਦੱਸ ਦੇਣ। ਇਸ ਤਰ੍ਹਾਂ ਇਹ ਸਾਰਾ ਗਲਤ ਤਰੀਕਾ, ਗਲਤ ਤਰੀਕੇ ਨਾਲ ਕੋਈ ਕੁਝ ਨਹੀਂ ਹੋ ਸਕਦਾ। ਠੀਕ ਹੈ, ਜਿਵੇਂ ਗੱਲ ਕਰੀਏ ਕਮਾਲਪੁਰ ਸਾਹਿਬ ਨੇ ਕਿ ਐਸਜੀਪੀਸੀ ਸਹਿਯੋਗ ਦੇਣ ਨੂੰ ਤਿਆਰ ਆ, ਵੀ ਸਾਤੋਂ ਲੈਣ ਜ਼ਮੀਨ ਆਲੇ ਦਾਲੇ ਜਿੱਥੋਂ ਮਰਜ਼ੀ ਲੈ ਲੈਣ। ਦੇਖੋ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਦੀ ਚੁਣੀ ਹੋਈ ਜਮਾਤ ਹੈ। ਲੋਕ ਉਹਨੂੰ ਚੁਣਦੇ ਨੇ, ਉਹਦੇ ਮੈਂਬਰ ਚੁਣ ਕੇ ਉੱਥੇ ਜਾਂਦੇ ਨੇ, ਉੱਥੇ ਫੈਸਲੇ ਹੁੰਦੇ ਨੇ। ਪਹਿਲੀ ਗੱਲ ਤਾਂ ਜਿਹੜੀ ਇਹ ਕਮੇਟੀ ਹੈ ਤਾਂ ਅਧਿਕਾਰ ਦਾ, ਇਹਦਾ ਵੈਲਫੇਅਰ ਸੁਸਾਇਟੀ ਹੈ। ਕੋਈ ਰਜਿਸਟਰਡ ਕਰਾ ਲਓ, ਤੁਸੀਂ ਕਰਾ ਲਓ, ਮੈਂ ਕਰਾ ਲੈਣਾ, ਸਾਰੇ ਬੰਦੇ ਆਪਾਂ ਕਲੱਬ ਪਿੰਡਾਂ 'ਚ ਜਿਹੜੇ ਰਜਿਸਟਰਡ ਕਰਾਉਂਦੇ ਉਹ ਵੀ ਵੈਲਫੇਅਰ ਦੀ ਕੰਮ, ਉਹਨਾਂ ਦਾ ਕੰਮ ਹੁੰਦਾ ਵੈਲਫੇਅਰ ਦੇ ਕਰਨੇ। ਐਂ ਤਾਂ ਫਿਰ ਜਿਹੜਾ ਪਿੰਡ ਦੇ ਵਿੱਚ ਕਲੱਬ ਬਣ ਗਿਆ, ਪਿੰਡ ਦੇ ਨਾਂ 'ਤੇ ਬਣ ਗਿਆ, ਪਿੰਡ ਦੇ ਨਾਂ 50 ਕਿੱਲੇ ਪੰਚਾਇਤੀ ਜ਼ਮੀਨ ਨੇ, ਫਿਰ ਉਹ 50 ਕਿੱਲੇ ਵੇਚ ਦੂ, ਉਹਦੇ ਕੋਲ ਅਧਿਕਾਰ ਹੈ 50 ਕਿੱਲੇ ਵੇਚਣ ਦਾ। ਇਸੇ ਤਰ੍ਹਾਂ ਇਹ ਅੰਗੀਠਾ ਸਾਹਿਬ ਦੇ ਨਾਂ 'ਤੇ ਇੱਕ ਵੈਲਫੇਅਰ ਸੁਸਾਇਟੀ ਬਣਾ ਲਈ, ਸੁਸਾਇਟੀ ਦੇ ਕੋਲ ਕੀ ਅਧਿਕਾਰ ਆ ਵੇਚਣ ਦਾ। ਜੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਚੁਣੀ ਹੋਈ, ਵਿਧਾਨ ਸੰਵਿਧਾਨ ਦੇ ਨਾਲ ਚੁਣੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਦੇ ਕੋਲੇ ਕੋਈ ਅਧਿਕਾਰ ਨਹੀਂ ਜ਼ਮੀਨ ਵੇਚਣ ਦਾ, ਫਿਰ ਇਹਨਾਂ ਕੋਲੇ ਕਿਵੇਂ ਅਧਿਕਾਰ ਆ ਗਿਆ? ਇਹ ਵੀ ਕਿਹਾ ਜਾਂਦਾ ਕਿ ਲੋਕ ਭਲਾਈ ਦੇ ਕੰਮ ਲਈ, ਜਿਵੇਂ ਸਰਕਾਰ ਬਣਾ ਰਹੀ ਹੈ ਕਾਲਜ, ਵੀ ਭਲਾਈ ਦੇ ਕੰਮ ਲਈ ਦੇ ਸਕਦੇ ਆ ਜੀ। ਇਹ ਭਲਾਈ ਦੇ ਕੰਮ ਲਈ ਰਜਿਸਟਰੀ ਨਹੀਂ ਕਰਾ ਸਕਦੇ। ਮੈਂ ਸਾਫ਼ ਕਰ ਦੇਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨਹੀਂ ਕਰਾ ਸਕਦੀ। ਉਹਦਾ ਇੱਕ ਕਾਨੂੰਨ ਹੈ, ਕਾਨੂੰਨ ਦੇ ਤਹਿਤ ਉਹ ਪਟਾ ਦੇ ਸਕਦੀ ਹੈ ਜਾਂ ਹੋਰ ਕਿਸੇ ਤਰ੍ਹਾਂ ਦਾ ਦੇ ਸਕਦੀ ਹੈ, ਪਰ ਬਹਿਨਾਮਾ ਨਹੀਂ ਕਰਾ ਸਕਦੀ। ਇਹ ਕੋਈ ਨਹੀਂ ਕਰਾ ਸਕਦੀ, ਨਾ ਸ਼੍ਰੋਮਣੀ ਕਮੇਟੀ ਕਰਾ ਸਕਦੀ ਹੈ, ਨਾ ਕੋਈ ਹੋਰ ਕਮੇਟੀ ਕਰਾ ਸਕਦੀ ਹੈ, ਨਾ ਕੋਈ ਵਿਅਕਤੀ ਵੇਚ ਸਕਦਾ ਹੈ। ਇਸ ਤਰ੍ਹਾਂ ਧਾਰਮਿਕ ਜਗ੍ਹਾ ਨੂੰ ਵੇਚਣ ਦਾ ਅਧਿਕਾਰ ਕਿਸੇ ਕੋਲ ਨਹੀਂ ਹੈ। ਅੱਜ ਤੱਕ ਸਰਕਾਰਾਂ ਨੇ, ਭਾਵੇਂ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਕੋਈ ਸਰਕਾਰ ਆਈ, ਚਾਹੇ ਆਜ਼ਾਦ ਭਾਰਤ ਦੀ ਸਰਕਾਰ ਆਈ, ਤੇ ਗੁਰਦੁਆਰਿਆਂ ਨੂੰ, ਧਾਰਮਿਕ ਸਥਾਨਾਂ ਨੂੰ, ਮੰਦਰਾਂ ਨੂੰ ਜ਼ਮੀਨਾਂ ਦਿੱਤੀਆਂ ਨੇ, ਦਿੱਤੀ ਜਾ ਸਕਦੀ ਹੈ। ਜਿਵੇਂ ਤੁਸੀਂ ਕਹਿ ਰਹੇ ਸੀ ਕਿ ਦਾਨ ਲੈ ਸਕਦੀ ਹੈ ਸ਼੍ਰੋਮਣੀ ਕਮੇਟੀ ਵੀ, ਗੁਰਦੁਆਰਾ ਦਾਨ ਲੈ ਸਕਦਾ, ਦਾਨ ਦੇਣ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਕੋਲੇ ਨਹੀਂ ਹੈ।
ਨਾ ਹੀ ਕਿਸੇ ਧਾਰਮਿਕ ਸੰਸਥਾ ਕੋਲੇ। ਇਸ ਕਰਕੇ ਜਦੋਂ ਐਡੀਆਂ ਸੰਸਥਾ ਕੋਲੇ ਨਹੀਂ ਤਾਂ ਇੱਕ ਉਹ ਮਤਲਬ ਸੁਸਾਇਟੀ ਰਜਿਸਟਰਡ ਕਰਾ ਕੇ ਉਹਦੇ ਕੋਲੇ ਕਿੱਥੋਂ ਆ ਗਿਆ ਅਧਿਕਾਰ। ਔਰ ਪਹਿਲੀ ਵਾਰੀ ਹੋਇਆ ਕਿ ਸਰਕਾਰ ਕਦੇ ਗੁਰਦੁਆਰਿਆਂ ਤੋਂ ਜ਼ਮੀਨ, ਧਾਰਮਿਕ ਜ਼ਮੀਨ ਕਦੇ ਮੰਗਦੀ ਹੈ, ਗੁਰਦੁਆਰਿਆਂ ਨੂੰ ਦਿੰਦੀਆਂ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਸੀ, ਉਹਨਾਂ ਨੇ ਕਿੰਨਾ ਕੁਝ ਸਰਕਾਰ ਦਾ ਪੈਸਾ ਲਾਇਆ, ਹਰਿਮੰਦਰ ਸਾਹਿਬ 'ਚ ਸਰਕਾਰ ਦਾ ਪੈਸਾ ਲਾਇਆ, ਯਾਦਗਾਰਾਂ ਬਣਾਈਆਂ। ਸਰਕਾਰਾਂ ਦਾ ਪੈਸੇ ਲਾਉਂਦੀਆਂ ਨੇ, ਸਰਕਾਰਾਂ ਦਾ ਜ਼ਮੀਨਾਂ ਦਿੰਦੀਆਂ ਨੇ। ਮਹਾਰਾਜਾ ਰਣਜੀਤ ਸਿੰਘ ਨੇ ਕਿੰਨੀ ਜ਼ਮੀਨ ਦਿੱਤੀ। ਇਹ ਵੀ ਜਿਹੜੀ ਜ਼ਮੀਨ ਹੈ ਸੰਤ ਅਤਰ ਸਿੰਘ ਮਹਾਰਾਜ ਦੀ, ਇਹ ਵੀ ਰਾਜੇ ਮਹਾਰਾਜੇ ਨੇ ਦਿੱਤੀਆਂ, ਨਾਭੇ ਵਾਲੇ ਰਾਜੇ ਨੇ ਦਿੱਤੀ, ਕਿਸੇ ਨੇ ਕੋਈ ਹੋਰ ਦਿੱਤੀ, ਲੋਕਾਂ ਪਿੰਡਾਂ ਨੇ ਦਿੱਤੀ, ਤੇ ਇਹ ਤਾਂ ਪਟਿਆਲਾ ਰਾਜੇ ਨੇ ਦਿੱਤੀ। ਇਹ ਤਾਂ ਧਾਰਮਿਕ ਸੰਸਥਾਨਾਂ ਨੂੰ ਹੁਣ ਸਾਰੇ ਗੁਰਦੁਆਰਿਆਂ 'ਚ ਸਰਕਾਰਾਂ ਦਿੰਦੀਆਂ ਨੇ, ਪਰ ਸਰਕਾਰਾਂ ਕਦੇ ਲੈ ਨਾ ਤਾਂ ਕੋਈ ਦੇ ਸਕਦਾ ਹੈ ਧਾਰਮਿਕ ਜਗ੍ਹਾ ਨੂੰ, ਨਾ ਹੀ ਕੋਈ ਸਰਕਾਰ ਲੈ ਸਕਦੀ ਹੈ। ਨਹੀਂ ਤਾਂ ਗੱਲ ਉੱਥੇ ਹੀ ਕਮਾਲਪੁਰ ਸਾਹਿਬ ਆ ਜਾਂਦੀ ਆ। ਉੱਥੇ ਬਾਬਾ ਜੀ ਨੇ ਜਿਹੜੇ ਉਹ ਕਹਿੰਦੇ ਉਹਨਾਂ ਨੇ ਆਪ ਦਿੱਤੀ ਹੈ ਜ਼ਮੀਨ। ਵੀ ਸਾਡੇ ਜਿਹੜਾ ਸ੍ਰੀ ਮਸਤੂਆਣਾ ਸਾਹਿਬ ਆ, ਇੱਥੇ ਪਹਿਲਾਂ ਵੀ ਕਾਲਜ ਬਣਿਆ ਹੋਇਆ ਜੀ, ਇੱਥੇ ਸਟੂਡੈਂਟ ਪੜ੍ਹਦੇ ਨੇ ਆ ਕੇ, ਵਧੀਆ ਮਤਲਬ ਵਿਦਿਅਕ ਅਦਾਰਾ ਬਣਿਆ। ਹੋਰ ਵਿਦਿਅਕ ਅਦਾਰਾ ਬਣਾਉਣ ਲਈ ਅਸੀਂ ਇਹ ਉਪਰਾਲਾ ਕਰਿਆ ਵੀ ਇੱਥੇ ਵਧੀਆ ਬਣ ਜੇ, ਲੋਕਾਂ ਨੂੰ ਸਹੂਲਤਾਂ ਮਿਲਣ। ਨਹੀਂ ਇਹੋ ਜਿਹਾ ਦੇਖੋ, ਇੱਕ ਦੇਸ਼ ਹੈ ਜਿਹੜਾ ਜਾਂ ਸੂਬਾ ਹੈ ਉਹ ਇੱਕ ਕਾਨੂੰਨ 'ਚ ਚੱਲਦਾ ਹੈ। ਕਾਨੂੰਨ ਤੋਂ ਉੱਤੇ ਜਾ ਕੇ ਕਿੱਥੇ ਆਪਾਂ ਪਹੁੰਚਾਂਗੇ, ਕੀ ਕਰਾਂਗੇ? ਕਾਨੂੰਨ 'ਚ ਰਹਿ ਕੇ ਕਰ ਲਓ ਸੇਵਾ ਜਿਹੜੀ ਕਰਨੀ ਹੈ। ਦੇਖੋ ਮੇਰੀ ਗੱਲ ਸੁਣੋ, ਉੱਥੇ ਜਾਂ ਤਾਂ ਟਰਸਟ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਜੀ, ਉਹਨਾਂ ਦਾ ਕੇਸ ਚੱਲਦਾ ਹੈ। ਤੇ ਬਾਬਾ ਜੀ ਹੋਰੀ ਤਾਂ ਕਿਤੇ ਪਿਕਚਰ 'ਚ ਹੀ ਨਹੀਂ। ਉਹੀ ਜਾ ਕੇ ਆਪਾਂ ਜ਼ਮੀਨ ਤੁਹਾਡੀ ਹੋਵੇ, ਮੈਂ ਜਾ ਕੇ ਕਹਾਂ ਜੀ ਮੈਂ ਇੱਥੇ ਧਾਰਮਿਕ ਕੰਮ ਕਰਨਾ ਚਾਹੁੰਦਾ, ਮੈਂ ਤੁਹਾਡੀ ਜ਼ਮੀਨ ਤੇ ਕਰਨਾ ਚਾਹੁੰਦਾ, ਉਹ ਕਿਵੇਂ ਪੋਸੀਬਲ ਹੋਊਗਾ? ਫਿਰ ਹੁਣ ਤੱਕ ਟਰਸਟ ਨੇ ਜਾਂ ਐਸਜੀਪੀਸੀ ਨੇ ਕਿਉਂ ਨਹੀਂ ਕਾਰਵਾਈ ਕਰੀ? ਜੇ ਵੈਸੀ ਆਪਾਂ ਗੱਲ ਕਰੀਏ, ਜਿਵੇਂ ਤੁਸੀਂ ਪਹਿਲੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਜੀ, ਕੋਰਟ ਨੇ ਤਾਂ ਰੋਕਤਾ ਇਹਨਾਂ ਨੂੰ। ਜਦੋਂ ਕੋਰਟ ਨੂੰ ਪਤਾ ਲੱਗਿਆ ਤਾਂ ਕੋਰਟ, ਅਸੀਂ ਨਹੀਂ ਕੁਝ ਕੀਤਾ, ਕੋਰਟ 'ਚ ਪਹਿਲਾਂ ਕੇਸ ਚੱਲ ਰਿਹਾ ਸੀ, ਕੋਰਟ ਨੇ ਇਹਨਾਂ ਨੂੰ ਰੋਕਤਾ ਸਰਕਾਰ ਨੂੰ। ਉੱਥੋਂ ਕਾਲਜ ਸਾਨੂੰ ਦੁੱਖ ਹੈ ਇਸ ਗੱਲ ਦਾ ਕਿ ਕੋਰਟ ਨੇ ਰੋਕਿਆ। ਅਸੀਂ ਕਹਿੰਦਾ ਕਿ ਜੇ ਇਹਨੂੰ ਕਾਇਦੇ ਕਾਨੂੰਨ ਨਾਲ ਬਣਾਇਆ ਹੁੰਦਾ ਕੋਰਟ ਵੀ ਨਹੀਂ ਰੋਕ ਸਕਦੀ ਸੀ। ਤੇ ਹੁਣ ਵੀ ਸੋਚਿਆ ਜਾ ਸਕਦਾ ਹੈ ਕਿ ਕੋਈ ਇਹੋ ਜਿਹਾ ਹੱਲ ਕੱਢਿਆ ਜਾਵੇ ਕਿ ਕਾਨੂੰਨ ਮੁਤਾਬਕ ਕਰਿਆ ਜਾਵੇ ਜਿਹਦੇ ਵਿੱਚ ਕੋਰਟ ਆਪਾਂ ਨੂੰ ਰੋਕ ਨਾ ਸਕੇ। ਬਿਲਕੁਲ ਜੀ। ਸੋ ਸਟੇਟ ਕਾਲਜ ਆ ਜਿਹੜਾ ਉਹ ਵਿਵਾਦਾਂ 'ਚ ਚੱਲ ਰਿਹਾ। ਪਿਛਲੇ ਸਟੇਟ ਮੈਡੀਕਲ ਕਾਲਜ ਪਿਛਲੇ 4.5 ਮਹੀਨੇ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਨੀਂਹ ਪੱਥਰ ਰੱਖਿਆ, ਪਰ ਨੀਂਹ ਪੱਥਰ ਤੋਂ ਬਾਅਦ ਜਿਹੜੀ ਗੱਲਬਾਤ ਸਾਹਮਣੇ ਆਈ ਕਿ ਐਸਜੀਪੀਸੀ ਅਤੇ ਜਿਹੜੀ ਅਕਾਲ ਕੌਂਸਲ ਆ ਉੱਥੇ ਉਹ ਅੜਿੱਕਾ ਬਣ ਰਹੀ ਆ। ਪਰ ਕਿਤੇ ਨਾ ਕਿਤੇ ਸਾਹਮਣੇ ਆ ਰਹੀ ਹੈ ਕਿ 40 ਸਾਲ ਪਹਿਲਾਂ ਦਾ ਕੇਸ ਚੱਲ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਮਸਲਾ ਕਿਵੇਂ ਸੁਲਝਦਾ। ਇੱਕ ਪਾਸੇ ਐਸਜੀਪੀਸੀ ਦੇ ਆਗੂ ਨੇ ਜਿਹੜੇ ਉਹ ਇਹ ਵੀ ਕਹਿ ਰਹੇ ਨੇ ਕਿ ਐਸਜੀਪੀਸੀ ਸਰਕਾਰ ਨੂੰ ਜ਼ਮੀਨ ਦੇਣ ਲਈ ਤਿਆਰ ਆ, ਚਾਹੇ ਉਹ ਪੱਟੇ ਤੇ ਦੇਵੇ, 99 ਸਾਲੀ ਲਿਖਿਆ ਹੋਵੇ ਵੀ ਉਹ ਦੇਣ ਨੂੰ ਤਿਆਰ ਆ, ਪਰ ਗੈਰ ਕਾਨੂੰਨੀ ਕੰਮ ਨਾ ਕੀਤਾ ਜਾਵੇ। ਐਸਜੀਪੀਸੀ ਐਗਜ਼ੈਕਟਿਵ ਮੈਂਬਰ ਮਲਕੀਤ ਸਿੰਘ ਚੰਗਾਲ ਸਾਡੇ ਨਾਲ ਮੌਜੂਦ ਨੇ। ਚੰਗਾਲ ਸਾਹਿਬ, ਕਿਵੇਂ ਦੇਖਦੇ ਹੋ ਸਾਰੇ ਮਸਲੇ ਨੂੰ? ਜਿਵੇਂ ਐਸਜੀਪੀਸੀ ਦਾ ਇੰਟਰਫੇਅਰ ਹੋ ਰਿਹਾ ਜੀ, ਵੀ ਐਸਜੀਪੀਸੀ ਅੜਿੱਕਾ ਲਾ ਰਹੀ ਆ ਸਟੇਟ ਕਾਲਜ ਜਿਹੜਾ ਮੈਡੀਕਲ ਕਾਲਜ ਬਣਦਾ, ਕੀ ਤੁਹਾਡਾ ਸਪਸ਼ਟੀਕਰਨ? ਦੇਖੋ, ਅਸੀਂ ਪਿੱਛੇ ਚੋਣ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਪ੍ਰਧਾਨ ਬਣੇ ਸਾਡੇ ਵੱਲੋਂ ਬੀਬੀ ਜਗੀਰ ਕੌਰ ਪ੍ਰਧਾਨ ਜਿਹੜੇ ਅਸੀਂ ਖੜੇ ਕੀਤੇ ਸੀ, ਜਿਨ੍ਹਾਂ ਨੂੰ 42 ਵੋਟਾਂ ਪਈਆਂ ਸੀ। ਅਸੀਂ ਵਿਰੋਧੀ ਦੇ ਚੋਂ 3 ਐਗਜ਼ੈਕਟਿਵ ਮੈਂਬਰ ਬਣੇ ਸੀ। ਪਰ ਇਹ ਇੱਕ ਪੰਥਕ ਮੁੱਦਾ ਹੈ। ਇਹ ਪੰਥਕ ਮੁੱਦੇ ਦੀ ਅਸੀਂ ਵੀ ਹਮਾਇਤ ਕਰਦੇ ਹਾਂ, ਕਿਉਂਕਿ ਗੁਰੂ ਘਰਾਂ ਦੀ ਜ਼ਮੀਨ ਅੱਜ ਤੱਕ ਰਿਕਾਰਡ ਹੈ, ਪਿਛਲਾ ਜਿੰਨਾ ਮਰਜ਼ੀ 100 ਸਾਲਾ 200 ਸਾਲਾ ਰਿਕਾਰਡ ਚੱਕ ਲਓ, ਵੀ ਕਦੇ ਵੀ ਕੋਈ ਗੁਰੂ ਘਰ ਦੀ ਰਜਿਸਟਰੀ ਨਹੀਂ ਹੋਈ। ਪਰ ਇਹਨਾਂ ਨੇ ਪਤਾ ਨਹੀਂ ਕਾਨੂੰਨ ਸਿੱਕੇ ਟੰਗ ਕੇ ਜਿਹੜੀ ਹੈ ਰਜਿਸਟਰੀ ਕਰਾਤੀ, ਨਾ ਤਹਿਸੀਲਦਾਰ ਸਾਹਿਬ ਨੇ ਦੇਖੀ, ਨਾ ਡੀ ਸਾਹਿਬ ਨੇ ਦੇਖੀ। ਐਡਾ ਵੱਡਾ ਮੁੱਦਾ ਸੀ ਔਰ ਕਾਲਜ ਬਣਨ ਜਾ ਰਿਹਾ ਸੀ, ਪਰ ਇਹਨਾਂ ਨੇ ਜ਼ਮੀਨ ਨਹੀਂ ਦੇਖੀ ਵੀ ਕਲੀਅਰ ਹੈ। ਜ਼ਮੀਨ ਨਾ ਦੇਖ ਕੇ ਇਹਨਾਂ ਨੇ ਰਜਿਸਟਰੀ ਕਰਾਤੀ। ਪਰ ਮੈਨੂੰ ਤਾਂ ਲੱਗਦਾ ਵੀ ਇਹ ਭਗਵੰਤ ਸਿੰਘ ਮਾਨ ਦਾ ਮਨਸਾ ਜਿਹੜੀ ਉਹ ਕਾਲਜ ਬਣਾਉਣ ਦੀ ਨਹੀਂ, ਇੱਕ ਡੰਗ ਟਪਾਉਣ ਦੀ ਜਿਹੜੀ ਮਨਸਾ। ਠੀਕ ਹੈ। ਨਹੀਂ ਚੰਗਾਲ ਸਾਹਿਬ, ਜਿਹੜਾ ਹਾਈ ਕੋਰਟ 'ਚ ਚੱਲ ਰਿਹਾ ਕੇਸ ਕਿੱਥੇ ਕੁ ਚੱਲ ਰਿਹਾ, ਕਿੱਥੇ ਕੁ ਗੱਲਬਾਤ ਚੱਲ ਰਹੀ ਹੈ? ਜਿਵੇਂ ਤੁਸੀਂ ਕਹਿੰਦੇ ਹੋ ਬਹੁਤ ਪੁਰਾਣਾ ਚੱਲ ਰਿਹਾ ਹੈ। ਪੁਰਾਣਾ ਕੇਸ ਕਿ ਨਾ, ਇਹਦੇ 'ਚ ਜਿਹੜਾ ਸ਼੍ਰੋਮਣੀ ਕਮੇਟੀ ਦੇ ਹੱਕ 'ਚ ਹੋਇਆ ਕੇਸ, ਠੀਕ ਹੈ ਗੁਰੂ ਘਰ ਦਾ, ਜੀ, ਪਰ ਇੱਥੇ ਟਰਸਟ ਨੇ ਸਟੇ ਲੈ ਲਈ ਸੀ। ਠੀਕ ਹੈ। ਉਹ ਸਟੇ ਬਰਕਰਾਰ ਹੈ। ਓਕੇ। ਹਾਂ, ਜਾਨੀ ਕਿ ਅਕਾਲ ਕੌਂਸਲ ਨੇ ਜਿਹੜਾ ਟਰਸਟ ਬਣਿਆ ਹੋਇਆ ਉਹਨੇ ਸਟੇ ਲਈ ਸੀ। ਠੀਕ ਹੈ। ਉਹ ਸਟੇ ਜਿਹੜੀ ਬਰਕਰਾਰ ਹੈ, ਪਰ ਫਿਰ ਵੀ ਇਹਨਾਂ ਨੇ ਉੱਥੇ ਜਿਹੜਾ ਨੀਂਹ ਪੱਥਰ ਰੱਖਦਾ, ਧੱਕੇ ਨਾਲ ਨੀਂਹ ਪੱਥਰ ਰੱਖਦਾ। ਜਦੋਂ ਇਹ ਕੋਰਟ 'ਚ ਮਾਮਲਾ ਆ ਗਿਆ ਤਾਂ ਉੱਥੇ ਫਿਰ ਸਟੇ ਆ ਗਈ। ਠੀਕ ਹੈ। ਹਾਂ ਨਾ, ਜਿਵੇਂ ਕਿਹਾ ਇਹ ਵੀ ਜਾਂਦਾ ਸੀ ਕਿ ਅਕਾਲ ਕੌਂਸਲ ਵਾਲਿਆਂ ਦਾ ਵਕੀਲ ਆਪਣਾ ਵਾਪਸ ਲੈ ਲਿਆ, ਕੇਸ ਵਾਪਸ ਲੈ ਲਿਆ। ਉਧਰੋਂ ਇਹ ਵੀ ਕਹਿ ਰਹੇ ਸੀ, ਕੋਈ ਐਵੇਂ ਦੀ ਗੱਲਬਾਤ ਹੋਈ ਵੀ ਉਹਨਾਂ ਨੇ ਕੇਸ ਵਾਪਸ? ਕੋਈ ਇਸ ਤਰ੍ਹਾਂ ਦੀ ਨਹੀਂ ਸੀ ਗੱਲ, ਕਿਸੇ ਨੇ ਕੋਈ ਕੇਸ ਵਾਪਸ ਨਹੀਂ। ਕੇਸ ਅੱਜ ਵੀ ਚੱਲ ਰਿਹਾ। ਆ ਪਿੱਛੇ 13 ਤਰੀਕ ਪੇਸ਼ੀ ਸੀ ਉਹਨਾਂ ਦੀ, ਪੇਸ਼ੀ ਅੱਗੇ ਪੈ ਗਈ। ਉਹ ਹਜੇ ਕੇਸ ਜਿਹੜਾ ਚੱਲ ਰਿਹਾ ਉਸੇ ਤਰੀਕੇ ਚੱਲ ਰਿਹਾ। ਜਾਨੀ ਕਿ ਅਕਾਲ ਕੌਂਸਲ ਦੀ ਸਟੇ ਲਈ ਹੋਈ ਆ, ਉਹ ਬਰਕਰਾਰ ਹੈ, ਸਟੇ ਬਰਕਰਾਰ ਹੈ। ਹਾਂ, ਕੋਈ ਕਿਸ ਤਰ੍ਹਾਂ ਨੇ ਕੇਸ ਵਾਪਸ ਨਹੀਂ ਲਿਆ। ਉਹ ਵੈਸੇ ਸਟੇ ਕਦੋਂ ਦੀ ਮਿਲੀ ਹੋਈ ਹੈ ਚੰਗਾਲ ਸਾਹਿਬ? ਉਹ ਤਾਂ ਸਟੇ ਬੜੀ ਲੰਬੀ ਮਿਲੀ ਹੋਈ ਆ, ਉਹ ਤਾਂ ਕਈ ਸਾਲ ਹੋ ਗਏ। ਅੱਛਾ। ਹਾਂ, 40 ਸਾਲ ਤੋਂ ਕੇਸ ਚੱਲਦਾ। ਸਰਕਾਰ ਨੇ ਗੌਰ ਨਹੀਂ ਕਰੀ ਜਦੋਂ ਮਤਲਬ ਨੀਂਹ ਪੱਥਰ ਰੱਖਿਆ? ਜੇ ਪਹਿਲਾਂ ਹੁੰਦਾ ਵੀ ਸਟੇ ਹੋਈ ਵੀ ਹੈ। ਪਰ ਸਰਕਾਰ ਜੇ ਤਾਂ ਹਸਪਤਾਲ ਬਣਾਉਣਾ ਚਾਹੇ ਤਾਂ ਗੌਰ ਕਰੇ। ਠੀਕ ਹੈ। ਉਹਨਾਂ ਨੇ ਇੱਕ ਡੰਗ ਟਪਾਉਣਾ, ਸਾਲ 6 ਮਹੀਨੇ ਲੰਘਾਉਣੇ ਆ, ਫੰਡ ਉਹਨਾਂ ਕੋਲ ਹੈ ਨਹੀਂ। ਉਹ ਤਾਂ ਇੱਕ ਲੋਕਾਂ ਦੇ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਔਰ ਢੀਂਡਸਾ ਗਰੁੱਪ ਨੂੰ ਵੀ ਇੱਕ ਬਦਨਾਮ ਕਰਨ ਦੀ ਜਿਹੜੀ ਉਹਨਾਂ ਦੀ ਮਨਸਾ ਹੈ।
ਤਾਂ ਕਿ ਅਸੀਂ ਰਾਜ ਕਰ ਸਕੀਏ। ਬਿਲਕੁਲ, ਜਾਨੀ ਕਿ ਕਾਨੂੰਨ ਦੇ ਤਰੀਕੇ ਨਾਲ ਤੁਸੀਂ ਬਿਲਕੁਲ ਸਹੀ ਹੋ ਕਹਿੰਦੇ ਸਹੀ ਆ, ਅਸੀਂ ਬਿਲਕੁਲ ਸਹੀ ਆ। ਜੇ ਕਾਨੂੰਨ ਸਹੀ ਹੈ ਤਾਂ ਕਾਲਜ ਬਣਾ ਲੈਣ, ਸਾਨੂੰ ਕੋਈ ਡਿੱਕੇ ਨਹੀਂ। ਜੇ ਉਹ ਬਣਾ ਸਕਦੇ ਆ ਤਾਂ ਸ਼ੁਰੂ ਕਰ ਦੇਣ, ਪਰ ਉਹ ਕਾਨੂੰਨੀ ਡਿੱਕਾ ਹਾਈ ਕੋਰਟ ਦੇ ਵੀ ਕੇਸ ਆ, ਉਹ ਨਹੀਂ ਬਣਾ ਸਕਦੇ। ਬਿਲਕੁਲ ਜੀ। ਸੋ ਐਸਜੀਪੀਸੀ ਐਗਜ਼ੈਕਟਿਵ ਮੈਂਬਰ ਮਲਕੀਤ ਸਿੰਘ ਚੰਗਾਲ ਜਿਨ੍ਹਾਂ ਨੇ ਕਿਹਾ ਕਿ ਕੇਸ ਚੱਲ ਰਿਹਾ, ਸਟੇ ਵੀ ਹੋਈ ਵੀ ਆ, ਪਰ ਪੰਜਾਬ ਸਰਕਾਰ ਨੇ ਇੱਥੇ ਨੀਂਹ ਪੱਥਰ ਰੱਖਿਆ, ਜਦ ਕਿ ਸਰਕਾਰ ਨੂੰ ਪਤਾ ਸੀ ਕਿ ਸਰਕਾਰ ਦੀ ਨੀਅਤ ਵਿੱਚ ਖੋਟ ਹੈ। ਕੈਮਰਾਮੈਨ ਭੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।